ਇਹ ਨੇ ਲਾਈਵ ਤਸਵੀਰਾਂ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪਿੰਡ ਧਰਮਪੁਰਾ ਵਿੱਚ ਪਹੁੰਚ ਰਹੇ ਨੇ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ डिप्टी सीएम एक्स डिप्टी सीएम और अकाली दल के प्रधान सरदार सुखबीर सिंह जी बादल पिंड धर्मपुरा दे विच पहुंच चुके हैं। सरदार सुखबीर सिंह जी बादल पिंड धर्मपुरा विच पहुंच चुके हैं। सरदार सुखबीर सिंह जी बादल पिंड धर्मपुरा विच पहुंच चुके हैं। अज पिंड धर्मपुरा के लोगों को संबोधन करने लई सरदार प्रकाश सिंह जी बादल अज इत्थे पहुंच चुके हैं। ये ने लाइव तस्वीर सरदार सुखबीर सिंह जी बादल अकाली दल प्रधान पिंड धर्मपुरा विच पहुंच चुके हैं। ये तुहानूं लाइव तस्वीर असीं दिखा रहे हैं कि सरदार सुखबीर सिंह जी बादल अज इत्थे पहुंच चुके हैं पिंड धर्मपुरा दे विच। सरदार सुखबीर सिंह जी बादल साहब जिथे पहुंच चुके हैं। लाइव तस्वीर तुहानूं दिखा रहे हैं। जिहड़ियां लाइव तस्वीर है वो तुहानूं दिखाई जा रही ने। सरदार सुखबीर सिंह जी बादल इत्थे पहुंच चुके हैं। लाइव तस्वीर जिहड़ियां मैं तुहानूं दिखा रहा। लाइव तस्वीर देख रहे हो। सरदार सुखबीर सिंह जी ढोल डाल रहा जानू नहीं बुला लियो अंदर के। एक मिनट अपने 12 लियो पकड़िया मान के ला मान के ध्यान डॉक्टर 12 मिनट आज का बिलो इधर आ जाओ रक्षा सुबन चाह दे आयो जी मंटा जी
मेरे साहब मेरे पास होते जी सारी फोटो दिखा दी मैं हैं मेरे हाल में सारी तस्वीरें दिखा दिया लाइव ऑपरेटर कौन होवे ठीक है अंकल स्टेज पर ठीक है लाइव चल रहा है ਨਾਲ ਡਾਲੀ यार सीधे चलो सारे मेंबर खड़े यार आगे लग जाओ आगे लग जाओ मेंबर साहब भैया हां भाई करण रोज आए वो मेंबर होगा सारे खड़े थे नारा मेंबर ਅੱਜ ਪਿੰਡ ਤਰਪੜਾ ਦੇ ਪੰਚਾਇਤ ਮੈਂਬਰ ਨੂੰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਮਿਲ ਰਹੇ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਮਿਲ ਰਹੇ ਨੇ ਲਾਈਵ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਪਿੰਡ ਦੇ ਪੰਚਾਇਤ ਮੈਂਬਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਅਕਾਲੀ ਦਲ ਪ੍ਰਧਾਨ ਉਹਨਾਂ ਨਾਲ ਮਿਲ ਰਹੇ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਅੱਜ ਪਿੰਡ ਤਰਪੜਾ ਦੇ ਵਿੱਚ ਪਹੁੰਚੇ ਨੇ ਇਹਨਾਂ ਦਾ ਇਹਨਾਂ ਇੱਥੇ ਪਹੁੰਚਣ 'ਤੇ ਲੋਕਾਂ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਇੱਥੇ ਪਹੁੰਚੇ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਇੱਥੇ ਪਹੁੰਚੇ ਨੇ ਇਹ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਜੋ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅੱਜ ਪਿੰਡ ਤਰਪੜਾ ਵਿੱਚ ਪਹੁੰਚੇ ਨੇ ਇਹ ਲਾਈਵ ਤਸਵੀਰਾਂ ਜੋ ਦਿਖਾ ਰਹੇ ਹਾਂ ਤੁਹਾਨੂੰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਜਿੱਥੇ ਪਿੰਡ ਵਿੱਚ ਪਹੁੰਚੇ ਨੇ ਲਾਈਵ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ और कृष्ण जी ओहो क्या हाल भाई करा जाओ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਰਾਮ ਜੀ ਦੇ ਪਰਿਵਾਰ ਤੋਂ ਮਿਲ ਕੇ ਜਾ ਰਹੇ ਨੇ ਔਰ ਸਾਈਡ ਦੇ ਤੁਹਾਨੂੰ ਬੁਲਾਤਾ ਜੀ ਆਪਾਂ ਸਟੇਜ ਤੇ ਪਹੁੰਚ ਰਹੇ ਨੇ ਇੱਧਰ ਹੀ ਜਾਣਦੇ ਇੱਧਰ ਸਾਡਾ ਵਧੀਆ ਰਵਾ ਇਹ ਤੁਹਾਨੂੰ ਲਾਈਵ ਤਸਵੀਰਾਂ ਪਿੰਡ ਤਰਪੜਾ ਦੇ ਵਿੱਚੋਂ ਦਿਖਾ ਰਹੇ ਹਾਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਇੱਥੇ ਪਹੁੰਚੇ ਨੇ ਇਹ ਲਾਈਵ ਤਸਵੀਰਾਂ ਜੋ ਕਿ ਆਪ ਦੇ ਵਰਕਰ ਸਾਹਿਬ ਰਾਮ ਜੀ ਦੇ ਘਰ ਪਹੁੰਚੇ ਸੀ ਹੁਣ ਸੰਬੋਧਨ ਕਰਨ ਲਈ ਪਹੁੰਚ ਰਹੇ ਨੇ ਤੇ ਮੈਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਕਿਉਂਕਿ ਸਾਡਾ ਟੀਵੀ USA ਦੀ ਅੱਜ ਟ੍ਰੇਨ ਪਹੁੰਚੀ ਹੈ ਲਾਈਵ ਤਸਵੀਰਾਂ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਆਏ ਥੋੜਾ ਫੋਟੋ ਬਣਾਉਣੇ ਬਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੋਈ ਨਾ ਆਇਆ ਇਹ ਦੇਖੋ ਬਾਲ ਸਾਹਿਬ ਦਾ ਕਿੰਨਾ ਪਿਆਰ ਲੋਕਾਂ ਨਾਲ ਮਿਲ ਰਹੇ ਨੇ ਸਰਦਾਰ ਬਾਕੀ ਰੁਕ ਜਾਓ
ਬਾਦ ਸਾਹਿਬ ਨੂੰ ਮੁੱਖ ਮੰਤਰੀ ਬਣਾਓ ਆਪਾਂ ਸਾਰੇ ਜੀ ਇਹਨਾਂ ਨੂੰ ਹੀ ਬਣਾਵਾਂਗੇ ਇਹਨਾਂ ਨੂੰ ਹੀ ਬਣਾਵਾਂਗੇ ਅੱਗੇ ਇੱਥੇ ਆਈ ਵੱਲੋਂ ਕਰਨਾ ਆਪਣਾ ਆਪਾਂ ਤੇ ਇੱਥੇ ਸਾਰਾ ਕਾਰਡ ਸਾਰਾ ਬਣਾਵਾਂਗਾ ਆਹ ਨੰਬਰ 6 ਨਾ ਬਾਤ ਲੇਡੀ ਕਰਾਉਣ ਦਾ ਪਹਿਲਾਂ ਯਾਰ ਕਰਨਾ ਆਪਣੇ ਕਿੱਧਰ ਗਿਆ ਇਹਨੇ ਲਾਈਵ ਤਸਵੀਰਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੀ ਦੇ ਨਾਲ ਤੁਸੀਂ ਦੇਖ ਰਹੇ ਹੋ ਪਿੰਡ ਦੇ ਲੋਕਾਂ ਵਿੱਚ ਵਿਚਰੇ ਨੇ ਪਿੰਡ ਧਰਮਪੁਰਾ ਦੇ ਵਿੱਚ ਖੁਸ਼ੀ ਇਹ ਲਾਈਵ ਤਸਵੀਰਾਂ ਜੋ ਤੁਹਾਨੂੰ ਦਿਖਾ ਰਹੇ ਹਾਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਇੱਥੇ ਪਿੰਡ ਧਰਮਪੁਰਾ ਵਿੱਚ ਪਹੁੰਚੇ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪਿੰਡ ਧਰਮਪੁਰਾ ਵਿੱਚ ਪਹੁੰਚੇ ਨੇ ਹੁਣ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਹਾਂ ਇਹ ਤਾਂ ਨਾਲ ਹੀ ਹੈ ਜੀ ਕੋਈ ਯਾਦ ਨਹੀਂ ਹੈ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਇੱਥੇ ਪਹੁੰਚ ਰਹੇ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਇੱਥੇ ਪਹੁੰਚ ਰਹੇ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪਹੁੰਚ ਰਹੇ ਨੇ ਪਤਾ ਨਹੀਂ ਕੋਈ ਨਾ ਸਾਰੇ ਪਿੱਛੇ ਹੋ ਜਾਓ ਤੁਹਾਨੂੰ ਮਿਲਿਆ ਬਹੁਤ ਧੱਕਾ ਆਇਆ ਜੀ ਬਾਦਸ਼ਾਹ ਦੇ ਨਾਲ ਚੱਲਦੇ ਸਾਡੇ ਧਰਮਪੁਰਾ ਪਿੰਡ ਹੈ ਉੱਥੇ ਇੱਕ ਉਹਦੀ ਆਪਣਾ ਕਿਡਨੈਪ ਹੋਇਆ ਸੀ 1 ਮਹੀਨਾ ਪਹਿਲਾਂ 1 ਸਾਲ ਪਹਿਲੇ ਤੇ ਹੁਣ ਉਹਦੀ ਬੋਡੀ ਮਿਲ ਗਈ ਹੈ ਯਾਰ ਪਤਾ ਕਰਾਓ ਕਿ ਉਹ ਜਿਹੜਾ ਨਾਂ ਕੀ ਕੋਮਲ ਤੇ ਉਹਦਾ ਪਤਾ ਕਰੋ ਹੂ ਇਜ਼ ਬੈਂਡਡ ਪੂਰਾ ਸਪੈਸ਼ਲ ਟੀਮ ਸਾਡੇ ਬੜੇ ਖਾਸ ਬੰਦੇ ਡਿਊਟੀ ਲਗਾ ਅੱਜ ਸਾਲ ਜਦੋਂ ਮਰਜ਼ੀ ਮਿਲ ਲਿਆ ਕਰੀ ਜਾ ਕੇ ਸਪੈਸ਼ਲ ਡਿਊਟੀ ਲਾਈ ਹੋਈ ਤੇਰੇ ਨਾਲ ਚੱਲਿਆ ਕਰਾਂਗੇ ਜਦੋਂ ਮਰਜ਼ੀ ਚੱਲ ਹੋਰ ਦੱਸ ਇਹਨੇ 10 ਸਾਲਾਂ ਤੁਹਾਡੇ ਨਾਲ ਹੈ ਤੁਹਾਡੇ ਨਾਲ ਬਹੁਤ ਪੁਰਾਣਾ ਬੰਦਾ ਬਹੁਤ ਪੁਰਾਣਾ ਤੂੰ ਆ ਜਾ ਨਾਲ ਆ ਜਾ ਸਟੇਜ ਤੇ ਲੈ ਜਾਓ ਇੱਕ ਵਾਰ ਆਪਣਾ ਲਾਈਵ ਪ੍ਰਸਾਰਣ ਜੋ ਹੈ ਕਿਸੇ ਕਾਰਨ ਟੁੱਟ ਗਿਆ ਸੀ ਫਿਰ ਮੈਂ ਤੁਹਾਨੂੰ ਲਾਈਵ ਦੁਆਰਾ ਤੋਂ ਦਿਖਾ ਰਿਹਾ ਕੋਮਲ ਦੇ ਪਿਤਾ ਨੂੰ ਮਿਲ ਕੇ ਬਾਦਲ ਸਾਹਿਬ ਗਏ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਤੁਹਾਨੂੰ ਇਨਸਾਫ ਦਿਵਾਵਾਂਗੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਇੱਥੇ ਪਿੰਡ ਧਰਮਪੁਰਾ ਵਿੱਚ ਪਹੁੰਚ ਚੁੱਕੇ ਨੇ ਜੋ ਕਿ ਰੈਲੀ ਨੂੰ ਸੰਬੋਧਨ ਕਰਨ ਲਈ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਇੱਥੇ ਪਹੁੰਚ ਚੁੱਕੇ ਨੇ ਰੈਲੀ ਨੂੰ ਸੰਬੋਧਨ ਕਰਨ ਲਈ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਇੱਥੇ ਪਹੁੰਚ ਚੁੱਕੇ ਨੇ ਰੈਲੀ ਨੂੰ ਸੰਬੋਧਨ ਕਰਨ ਲਈ ਮੈਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਇਸ ਸਾਈਡ ਦੇ ਅਗਲੇ ਪਾਸੇ ਹੋਵਾਂਗਾ ਸਾਰੇ ਸਟੇਜ ਦੇ ਨੇੜੇ ਕਿਉਂ ਆਪਾਂ ਅਗਲੇ ਪਾਸੇ ਜਾਓ ਸਾਰੇ ਵੀਰਾਂ ਨੂੰ ਬੇਨਤੀ ਹੈ ਪ੍ਰਧਾਨ ਜੀ ਪਹੁੰਚ ਚੁੱਕੇ ਆ ਤੇ ਉਹਨਾਂ ਨੂੰ ਬੋਲਣਾ ਸਾਰੇ ਵੀਰਾਂ ਨੂੰ ਸਾਡੇ ਸਤਿਕਾਰਯੋਗ ਹਰਦੇਵ ਮੇਘ ਜੀ ਡਾਕਟਰ ਅਮਰਿੰਦਰ ਕੁਮਾਰ ਰਣਵਾ ਜੀ ਸਾਰੇ ਵੀਰਾਂ ਨੂੰ ਬੇਨਤੀ ਹੈ ਉਹ ਕੁਰਸੀਆਂ ਤੇ ਅੱਗੇ ਚੱਲ ਕੇ ਥੋੜੀਆਂ ਕੁਰਸੀਆਂ ਪਈਆਂ ਨੇ ਉਹ ਰੋਕੋ ਲਾ ਜੀ ਤੇ ਪਿਛਲੇ ਪਾਸੇ ਚੱਲੋ ਸਾਰੇ ਹੁਣ ਮੈਂ भारी संख्या से लोग इतने इकट्ठे हुए हैं ਬੇਨਤੀ ਕਰਾਂਗਾ सरदार प्रकाश सिंह जी बादल साहब इतने पहुंच चुके हैं श्री हरदेव मेघ जी साढ़े दरम्यान डॉक्टर कुलदीप सिंह रेडेटा जिला प्रधान DSP बैठे ने
थोड़ी साइड दे दो बस, मैं इतने रोकना भी नहीं। ਜ਼ਿਲ੍ਹਾ ਪ੍ਰਧਾਨ ਡੀਐਸਪੀ ਫਿਰ ਸਾਰੇ ਵੀਰਾਂ ਨੂੰ ਬੇਨਤੀ ਹੈ ਯਾਰ ਉਧਰ ਕਰਨ ਨੂੰ ਜਾਂਦੇ ਆਪਣੇ ਸਾਰੇ ਵਰਕਰ ਨੂੰ ਕਿਸੇ ਇੰਨੇ ਚੰਗੇ ਪਿੰਡ ਧਰਮਪੁਰਾ ਵਿਖੇ ਨਿਆਸਰਿਆਂ ਦੇ ਆਸਰਾ ਨੇ ਪੱਤਿਆਂ ਦੀ ਪੱਤ ਰੱਖਣ ਵਾਲੇ ਪੰਜਾਬ ਦੇ ਜੁਝਾਰੂ ਔਰ ਬਾਦਲ ਦਾ ਆਸ ਧਰਮਪੁਰਾ ਵਿਖੇ ਪਹੁੰਚਣ ਤੇ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਵੱਲੋਂ ਨਿੱਘਾ ਸਵਾਗਤ ਕਰਦੇ ਹਾਂ। ਸਤਿਕਾਰਯੋਗ ਸਾਥੀਓ, ਪੰਜਾਬ ਜਿਹੜਾ ਪਿਛਲੇ 5 ਸਾਲਾਂ ਤੋਂ ਬਹੁਤ ਵੱਡਾ ਸੰਤਾਪ ਹੰਡਾ ਰਿਹਾ ਹੈ। ਹਰ ਵਰਗ ਦੁਖੀ ਹੈ। ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਕੋਈ ਸੜਕ ਤੁਸੀਂ ਕਿਸੇ ਪਾਸੇ ਵੀ ਨਿਕਲੋ ਤੁਹਾਨੂੰ ਧਰਨੇ ਨਜ਼ਰ ਆਉਣਗੇ। ਚਾਹੇ ਕੋਈ ਮੁਲਾਜ਼ਮ ਹੈ, ਚਾਹੇ ਖਾਨਵੀਰ ਹੈ, ਚਾਹੇ ਕੋਈ ਦੁਕਾਨਦਾਰ ਹੈ, ਚਾਹੇ ਕੋਈ ਬਿਜ਼ਨਸ। इस प्रोग्राम के माध्यम को श्रोमणी अकाली दल और खास करके बहुजन समाज पार्टी के वर्कर साहबान जेडे इत्थे पहुंचे ने उन्होंने सारे साथियों को मैं गुजारिश करना हाँ कि साथियों हुण समा जिहड़ा वो आ गया है कि इस जिहड़ी जालम सरकार है, लोगों नाल धक्केशाही करने वाली सरकार है, उहदियां जड़ां पट के और समता समानता भाईचारे वाली सरकार जिस दे मुख मंत्री सरदार सुखबीर सिंह जी बादल होणगे, फिर ना किसी नूं भै होएगा, ना किसी नूं डर होएगा, ना मुलाजमां नूं धरने लाने पैणगे। सरबत दा भला मंगण वाली सरकार तुहाडी अपनी सरकार श्रोमणी अकाली दल और बहुजन समाज पार्टी की सरकार जिहड़ी आ ਉਹਦੀ ਤੁਸੀਂ ਨੀਂਹ ਰੱਖਣ ਜਾ ਰਹੇ ਹੋ। ਅੱਜ ਦੇ ਇਸ ਇਕੱਠ ਤੋਂ ਔਰ ਸਵੇਰ ਦੇ ਜੋ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਬੱਲੂਆਣਾ ਹਲਕੇ ਚ ਐਂਟਰ ਹੋਏ ਨੇ, ਵਰਕਰਾਂ ਦਾ ਇੱਕ ਐਡਾ ਵੱਡਾ ਹਜੂਮ, ਇੱਕ ਇਕੱਠ ਜਿਹੜਾ ਸਰਦਾਰ ਬਾਦਲ ਜੀ ਦਾ ਸਵਾਗਤ ਕਰਨ ਲਈ ਉਮੜ ਰਿਹਾ। ਤਾਂ ਮੈਂ ਜਿਹੜਾ ਹੈ ਸਾਥੀਓ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਬਹੁਜਨ ਸਮਾਜ ਪਾਰਟੀ ਦਾ ਇੱਕ ਇੱਕ ਵਰਕਰ ਜੀ ਜਾਨ ਤੋਂ ਜਿਹੜਾ ਹੈ ਉਹ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਸਰਕਾਰ ਬਣਾਉਣ ਲਈ ਤਤਪਰ ਰਹੇਗਾ। ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ। ਬਨਾਰਿਆਂ ਨੂੰ ਬੇਨਤੀ ਹੈ, ਅੱਗੇ ਵੀ ਦੋ ਵੱਡੇ ਪ੍ਰੋਗਰਾਮ ਹੈ। ਹੁਣ ਮੈਂ ਬੇਨਤੀ ਕਰਾਂਗਾ, ਬਹੁਤ ਹੀ ਲਾਇਕ ਤੇ ਨਿਹਾਇਤ ਸ਼ਰੀਫ ਤੇ ਬਹੁਤ ਪਿਛਲੇ 30 ਸਾਲਾਂ ਤੋਂ ਜੋ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰ ਰਹੇ ਹੈ, ਮੇਰੀ ਮਹਾਰਾਜ ਸ਼੍ਰੀ ਹਰਦੇਵ ਮੇਘ ਜੀ ਗੋਬਿੰਦਗੜ੍ਹ ਤੋਂ ਜੇ ਆਪਣੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੇ, ਉਹ ਆ ਕੇ ਤੁਹਾਨੂੰ ਆਪਣੇ ਪ੍ਰਧਾਨ ਜੀ ਨੂੰ ਜੀ ਆਇਆਂ ਕਹਿਣ ਤੇ ਤੁਹਾਨੂੰ ਗੁਜ਼ਾਰਿਸ਼ ਕਰਨ। ਹਰਦੇਵ ਮੇਘ ਜੀ। ਪਿੰਡ ਧਰਮਪੁਰਾ ਵਿੱਚ ਪਹੁੰਚੇ ਹੋਏ ਆਪਣੇ ਪੰਜਾਬ ਦੇ ਆਉਣ ਵਾਲੇ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, अबोर तो उम्मीदवार अंकल महेंद्र रेणवा जी और टोटल श्रोमणी अकाली दल और बहुजन समाज पार्टी की लीडरशिप सारे प्यार भरी सत श्री अकाल, फतेह अर्ज करदा। वाहिगुरू जी का खालसा, वाहिगुरू जी की फतेह। सारा भाइयों ना राम राम। भाई जी पिंड धर्मपुरे दे विच धर्मपुरे वालिओ, ਤੁਸੀਂ ਪਹਿਲਾਂ ਵੀ ਆਪਾਂ ਪ੍ਰਧਾਨ ਸਾਹਿਬ ਨੂੰ ਚੰਗੀ ਲੀਡ ਦੇ ਨਾਲ ਜਿੱਤਾ ਕੇ ਭੇਜਿਆ ਸੀ ਔਰ 2022 ਦੇ ਵਿੱਚ ਤੁਹਾਡੀ ਬਹੁਜਨ ਸਮਾਜ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਰਹੀ ਹੈ। ਵੀਰੋ 2017 ਦੇ ਵਿੱਚ ਇਸ ਕਾਂਗਰਸ ਦੇ ਬਾਬਾ ਜੀ ਅੱਗੇ ਨਾਓ ਪਲੀਜ਼ ਝੂਠੇ ਲੀਡਰਾਂ ਨੇ ਸਾਡੇ ਗੁਰੂ ਸਾਹਿਬਾਨਾਂ ਦੀ ਝੂਠੀ ਸੌਂ ਖਾ ਕੇ ਸਾਡੇ ਨਾਲ ਧੋਖਾ ਕੀਤਾ, ਸਾਡੀ ਭੋਲੀ ਭਾਲੀ ਜਨਤਾ ਨੂੰ ਗੁੰਮਰਾਹ ਕਰਕੇ ਔਰ ਪੰਜਾਬ ਦੇ ਵਿੱਚ ਸਰਕਾਰ ਲਿਆਏ
और सानू 5 साल इन्होंने लुटिया और कुटिया और सारे खजाने नूं लुट के खा गए और पंजाब दे विच कोई भी विकास नाम की चीज नहीं की। तो वीरो जिहड़ा कैप्टन सी पहला भी उसने झूठा लारा ला के जो सरकार लियांदी और 5 साल भी पूरे नहीं किए और भगौड़ा करार हो गया। तो वीरो उस भगौड़ा करार और उस तो बाद फिर उस तो भी बड़ा गप्पी चन्नी नूं लिया के बिठाया और रात में एक गप तैयार करा के और कंधा ते और बोर्ड लाने वाला वो एक झूठा गप्पी मुख्यमंत्री लियांदा। तो सारे ही इस कांग्रेस सरकार दे जिन्ने भी लीडरशिप सी वजीर सी 5 साल जिवें लड़ाई शरीका वाली लड़ाई होंदी आ और आखिरी च लड़के और 5 साल पूरा कर दिता और साडे पंजाब नूं 20 साल पिछे लै गए। जे साडे पंजाब दा विकास होया तां श्रोमणी अकाली दल सरदार प्रकाश सिंह बादल ने किया, सरदार सुखबीर सिंह बादल ने किया। जो भी साडे गरीब भाईचारा दे साडे दलित भाईचारा दे जिन्ने भी साडे काम सी जिवें आटा दाल सगन स्कीम वजीफे साडियां धीआं भैणां नूं साइकल बिजली बिल माफ और पंजाब दे विच स्कूल अपग्रेड किए, दाणा मंडियां बनाईयां, स्कूल बनाए, कॉलेज बनाए, जिन्ने भी किए तां श्रोमणी अकाली दल ने किए। और सानू पिछली बारी साडे पानी की मार आई सी मुआवजा तक दिता गया और चोणियां नूं भी पैसा दिता गया। पर 5 साल इस झूठी सरकार ने कोई काम नहीं किया साडे नाल धोखा किया। तो वीरो एक आम आदमी पार्टी है करोड़ों के टिकट बेचने वाली जिवें गोल्डी नूं करोड़ों रुपये दे के टिकट बेच के उन्होंने भेजा वो किवें आम हुई वो तो एक खास हुई। तो वीरो तुसी आपा विकासपुर सरदार सुखबीर सिंह बादल जी नूं आपा मुख्यमंत्री बनाइए जो साडे पंजाब दे और जो साडे बलवाने हल्के दे बहुत अधूरे काम पे आ जिवें कि टैला साडे पानी की जरूरत है, कस्सियां की जरूरत है, खालियां की जरूरत है, तो सारियां ही पूरियां कीतियां जाणगियां और विकासपुर सरदार सुखबीर सिंह जी नूं मुख्यमंत्री बना के और पंजाब दे विच श्रोमणी अकाली दल और बहुजन समाज पार्टी की सरकार बनाइए और मैनू दास नूं सेवा का मौका दिओ। दिन रात सेवा वास्ते पूरा मैं एक कर दूंगा। सारिਆਂ ਨੂੰ मेरी प्यार भरी सत श्री अकाल, राम राम, वाहिगुरू जी का खालसा, वाहिगुरू जी की फतेह जी। मैं हुण बेनती करांगा बहुत ही जानी मानी शख्सियत लौह पुरुष डॉक्टर महेंद्र जी रिनवा जिन्हां बारे तुहानूं बल्लूआणे वाले नूं थोड़ी ज़्यादा दिलचस्पी रहिंदी है भी डॉक्टर साहब विरोधी की पटकनी किवें लाउंदे ते आप दी भी निगाह रखा करो। इत्थे भी तगड़े रहिए कल्ले डॉक्टर साहब मगर ना जोर लाइए। डॉक्टर महेंद्र रिनवा जी बहुत ही सत्कारयोग श्रोमणी अकाली दल के प्रधान ते आने वाले पंजाब के मुख्य मंत्री सरदार सुखबीर सिंह जी बादल साहब, तुहाडे हल्के तो श्रोमणी अकाली दल के उम्मीदवार भाजपा के हरदेव सिंह वेग जी, भाजपा के प्रधान सरदार कुलदीप सिंह रेगनेटा जी, स्टेज संभालने वाले जथेदार सरदार कौर सिंह जी मैंबर SGPC ते अज मैं सब तो पहला जी अज पंचायत धर्मपुरा की श्रोमणी अकाली दल ज्वाइन की है उन्होंने धन्यवाद भी करता और उन्होंने वेलकम करता। बादल साहब तुसीं देख रहे हो ये सरकार जाने वाली है और किस तरीके का ये जो लोगों के अत्याचार लोगों की इलैक्टेड लोगों की चुनी हुई पंचायत नूं धक्के नाल उत्थे एडमिनिस्ट्रेटर आए ने। एक पिंड नहीं है अबोर हल्के के अंदर भी हरीपुरे की पंचायत एडमिनिस्ट्रेटर ला रखा है। श्रोमणी अकाली दल का सरपंच साडा दानेवाला सतकोसी च भी एडमिनिस्ट्रेटर ला रखा है और लोगों को खुली छूट दे रखी है भी तुसी जिन्ने पंचायत के पैसे आउंदे ने जिन्ने फंड आउंदे ने वो लुट रहे ने लोगों का। और मैं ज्यादा समा नहीं लेता तुहाडे कोले, मैं बेनती करदा प्रधान जी
ਤੁਸੀਂ ਚਾਹੇ ਅਬੋਹਰ ਹਲਕੇ 'ਚ ਚਲੇ ਜਾਓ, ਬੱਲੂਆਣੇ ਹਲਕੇ 'ਚ ਚਲੇ ਜਾਓ ਤੇ ਚਾਹੇ ਫਾਜ਼ਿਲਕਾ ਹਲਕੇ 'ਚ ਚਲੇ ਜਾਓ, ਹਰ ਥਾਂ ਤੇ ਤੁਹਾਨੂੰ ਇੱਕੋ ਮੰਗ ਰਹਿੰਦੀ ਹੈ, ਸੁਣਾਈ ਦੇਊਗੀ ਵੀ ਨਾ ਇੱਥੇ ਪੀਣ ਦਾ ਪਾਣੀ ਹੈ, ਨਾ ਖੇਤਾਂ ਵਾਸਤੇ ਪਾਣੀ ਹੈ। ਮੈਂ ਪਹਿਲਾਂ ਪਿੰਡ ਡੰਗਰਖੇੜਾ 'ਚ ਵੀ ਬੇਨਤੀ ਕੀਤੀ ਸੀ ਵੀ ਸਾਨੂੰ ਪਾਣੀ ਦੇ ਦਿਓ, ਪੱਕੇ ਖਾਏ ਜਿਹੜੇ ਤੁਸੀਂ ਤੁਹਾਡੀ ਸਰਕਾਰ ਦੇ ਅੰਦਰ ਬਣਾ ਕੇ ਗਏ ਸੀਗੇ 5 ਸਾਲ ਤੱਕ। ਪ੍ਰਧਾਨ ਜੀ ਇੱਥੇ 1 ਫੁੱਟ ਵੀ ਖਾਣਾ ਨਹੀਂ ਬਣਿਆ, ਕਿਉਂਕਿ ਇਹਨਾਂ ਕੋਲ ਪਤਾ ਨਹੀਂ ਜਦੋਂ ਗੱਲ ਕਰਦੇ ਸੀ ਉਦੋਂ ਕਹਿੰਦੇ ਸੀ ਪੈਸੇ ਹੈ ਨਹੀਂ। ਅੱਜ ਇਹ ਮਾੜੇ ਮੋਟੇ ਖਾਲ ਬਣੇ ਨੇ ਤਾਂ ਕਿਸੇ ਨੇ ਆਪਣੇ ਉਦਮ ਨਾਲ, ਪੰਚਾਇਤ ਦੇ ਉਦਮ ਨਾਲ ਨਰੇਗਾ ਤੋਂ ਬਣਵਾਏ ਨੇ। ਸੋ ਮੈਂ ਇਹ ਬੇਨਤੀ ਕਰਦਾ, ਔਰ ਤੁਹਾਡਾ ਪਹਿਲਾਂ ਹੀ ਸਾਡੇ ਇਸ ਇਲਾਕੇ ਬਾਰੇ ਮਾਨਸ ਬਣਿਆ ਹੋਇਆ ਹੈ ਵੀ ਇੱਥੇ ਪੱਕੇ ਖਾਲਾਂ ਦੀ ਥਾਂ ਤੇ ਤੁਹਾਨੂੰ ਅੰਡਰਗਰਾਉਂਡ ਪਾਈਪਲਾਈਨ ਦੇਾਂਗੇ ਜਿਸ ਤੇ 90% ਸਬਸਿਡੀ ਹੁੰਦੀ ਹੈ। ਤੁਸੀਂ ਥੋੜਾ ਸਮਾਂ ਇੰਤਜ਼ਾਰ ਕਰੋ ਔਰ ਜਿਹੜੇ ਤੁਹਾਡੀਆਂ ਇਹ ਤਕਲੀਫਾਂ ਨੇ ਨਾ ਇਹ ਸਾਰੀਆਂ ਦੂਰ ਹੋ ਜਾਣਗੀਆਂ। ਬਾਲ ਸਾਹਿਬ, ਤੁਸੀਂ ਪਹਿਲੀ ਵਾਰੀ ਪਾਰਲੀਮੈਂਟ ਦਾ ਚੁਣਾਵ ਲੜਿਆ ਔਰ ਤੁਸੀਂ ਮੈਨੂੰ ਬੁਲਾ ਕੇ ਪੁੱਛਿਆ ਵੀ ਰਣਵਾ ਸਾਹਿਬ ਕੀ ਹੋਊਗਾ ਇੱਥੇ, ਲੋਕ ਕੀ ਚਾਹੁੰਦੇ ਨੇ, ਤੇ ਮੈਂ ਇੱਕੋ ਹੀ ਬੇਨਤੀ ਕੀਤੀ ਸੀ, ਯੂ ਵਿਲ ਸੀ ਦੀ ਸਰਪ੍ਰਾਈਜ਼ਿੰਗ ਰਿਜ਼ਲਟਸ। ਤੁਹਾਨੂੰ ਐਸੇ ਨਤੀਜੇ ਆਉਣਗੇ, ਦੇਖਣ ਨੂੰ ਮਿਲਣਗੇ, ਤੁਸੀਂ ਵੀ ਨਹੀਂ ਸੋਚਿਆ ਹੋਣਾ। ਤਾਂ ਇਹਨਾਂ ਲੋਕਾਂ ਨੇ 2 ਲੱਖ ਵੋਟਾਂ ਤੋਂ ਤੁਹਾਨੂੰ ਜਿਤਾ ਕੇ ਭੇਜਿਆ। ਜਿੱਥੇ ਤੁਸੀਂ ਇਹਨਾਂ ਦਾ ਨਾਲ ਪ੍ਰੇਮ ਰੱਖਦੇ ਹੋ, ਬਾਰ-ਬਾਰ ਇਹ ਗੱਲ ਲੋਕਾਂ 'ਚ ਚਰਚਾ ਬਣੀ ਹੋਈ ਹੈ। ਪ੍ਰਧਾਨ ਜੀ, ਚਰਚਾ ਦਾ ਵਿਸ਼ਾ ਹੈ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਬਾਰ-ਬਾਰ ਅਬੋਹਰ ਫਾਜ਼ਿਲਕਾ ਕਿਉਂ ਆਉਂਦੇ ਨੇ, ਉਹਨਾਂ ਨੂੰ ਇੱਥੇ ਕਿਹੜੀ ਚੀਜ਼ ਨਜ਼ਰ ਆ ਗਈ। ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹਿਣਾ, ਉਹਨਾਂ ਲੋਕਾਂ ਨੇ 2 ਲੱਖ ਵੋਟਾਂ ਤੋਂ ਜਿਤਾਇਆ ਔਰ ਉਹ ਚਾਹੁੰਦੇ ਨੇ ਵੀ ਇਹ ਬਾਰਡਰ ਦਾ ਏਰੀਆ, ਪਿਛੜਾ ਹੋਇਆ ਏਰੀਆ, ਇੱਥੇ ਵਿਕਾਸ ਤੋਂ ਪਿਛੜਿਆ ਹੋਇਆ ਸੀ, ਇੱਥੇ ਵਿਕਾਸ ਕਰਾਈਏ। ਬਾਲ ਸਾਹਿਬ, 50 ਸਾਲ ਇੱਥੇ ਇੱਕੋ ਪਰਿਵਾਰ ਦਾ ਰਾਜ ਭਾਗ ਰਿਹਾ। ਇਹ ਪਿੰਡ ਪਹਿਲਾਂ ਅਬੋਹਰ ਹਲਕੇ 'ਚ ਹੁੰਦਾ ਸੀ, ਇਹ ਪਿੰਡ ਪਹਿਲਾਂ ਅਬੋਹਰ ਹਲਕੇ 'ਚ ਹੁੰਦਾ ਸੀ, ਤੇ ਜਦੋਂ ਇਹਨਾਂ ਨੇ ਵੋਟਾਂ ਘਟਾਤੀਆਂ ਤਾਂ ਇਹਨਾਂ ਸਾਰੇ ਪਿੰਡਾਂ ਨੂੰ, ਚਾਹੇ ਉਹ ਸੈਯਦਵਾਲਾ ਸੀ, ਚਾਹੇ ਧਰਮਪੁਰਾ ਸੀ, ਜਿਵੇਂ ਕਹਿੰਦੇ ਨੇ ਫੋਰਸਰ ਤੋਂ ਚਿਮਟੀ ਤੋਂ ਫੜ ਕੇ ਆ ਬੱਲੂਆਣੇ 'ਚ ਤੱਕਤਾ। ਲੇਕਿਨ ਮੈਂ ਬੱਲੂਆਣੇ ਵਾਲਾ ਤੁਹਾਨੂੰ ਵਧਾਈ ਦੇਣਾ ਇਸ ਗੱਲ ਦੀ ਵੀ ਤੁਹਾਡਾ ਮੈਂਬਰ ਪਾਰਲੀਮੈਂਟ ਸਰਦਾਰ ਸੁਖਬੀਰ ਸਿੰਘ ਬਾਦਲ ਹੈ, ਆਉਣ ਵਾਲਾ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਹੈ। ਔਰ जिस जिले का मुख्यमंत्री होए और जिदा किस्मत बदल जाती है किस्मत। तो इस करके मैं तुम बेनती करना आया, चाहे पहली बारी चुनाव लड़ रहे ने सरदार हरदेव सिंह जी बहुत ही शरीफ और ईमानदार व्यक्ति है। पिंड की सरपंची तो उठ के बादल साहब ने इन्हों टिकट दे के नवाजा है। हुण अज हथ खड़े करके तुसी बादल साहब को विश्वास दवाओ, एक एक वोट जी है श्रोमणी अकाली दल में पऊगी, कोई गल नहीं बनी। चलो जथेदार जी का हुक्म है, हथ खड़े करके जकारे का तुसी जवाब देना है। वाहिगुरू जी का खालसा, श्री वाहिगुरू जी की फतेह। बहुत बहुत धन्यवाद। ਹੁਣ ਮੈਂ ਬੇਨਤੀ ਕਰਾਂਗਾ ਮਾਨਯੋਗ ਸਾਹਿਬ ਸੁਖਬੀਰ ਸਿੰਘ ਜੀ ਬਾਦਲ ਨੂੰ ਬੋਲਣ ਤੋਂ ਪਹਿਲਾਂ ਦੋ ਲੜਕੇ ਜਿਹੜੇ ਲਿਆਓ ਵੀ ਆਓ ਉਹਨਾਂ ਨੂੰ ਸਰੋਪਾ ਦੇਣਗੇ। ਅੱਗੇ ਨਾ ਆਏ ਭਾਈ, ਆ ਮੋਬਾਈਲ ਸਾਈਡ ਸੱਚੋ ਆਓ ਵੀ ਮਾੜਾ ਜਿਹਾ ਪਿੱਛੋਂ ਸਾਈਡ ਰੱਖੋ ਨਾ, ਉਧਰ ਲਾਈਵ ਵੀ ਚੱਲੀ ਜਾਂਦੀ। ਇਹ ਸਾਈਡਾਂ ਵਾਲੇ ਤੋਂ ਦੋ ਨੌਜਵਾਨ ਲੜਕੇ ਆਈਟੀ ਵਿੰਗ ਦੇ ਪ੍ਰਧਾਨ ਬਣੇ ਨੇ। ਸਾਈਡ ਤੋਂ ਜਾਓ, ਸਾਈਡ ਤੋਂ ਜਾਓ ਭਾਜੀ, ਬਹਿ ਜਾਓ। बोल देना तो भाई नीचे बैठ के मैं अपनी ਤੁਹਾਨੂੰ ਨਹੀਂ ਬੱਲੂਆਣਾ ਹਲਕੇ ਦੇ ਪਤਵੰਤੇ ਸੱਜਣੋ, ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਸ਼੍ਰੀ ਰਾਮ। ਤਕਰੀਬਨ ਮੈਨੂੰ
2.5-3 ਮਹੀਨੇ ਹੋ ਗਏ ਘਰੋਂ ਨਿਕਲੇ। ਮੈਂ 70 ਹਲਕਿਆਂ 'ਚ ਜਾ ਚੁੱਕਾ, ਇੱਕ ਦਿਨ ਇੱਕ ਹਲਕਾ ਨੌਨ ਸਟਾਪ ਘਰੇ ਹੀ ਨਹੀਂ ਵੜਿਆ। ਤੁਸੀਂ ਤਾਂ ਸ਼ਾਮ ਨੂੰ ਘਰ ਜਾ ਫਿਰੋਗੇ ਤੇ ਫਿਰ ਘਰੇ ਚਲੇ ਜਾਣਾ ਤੇ ਮੈਂ ਇਹਦੇ ਬਾਅਦ ਕਿਤੇ ਹੋਰ ਹਲਕੇ ਚਲੇ ਜਾਣਾ। ਹਾਲਾਤ ਕੀ ਹੈ ਪੰਜਾਬ ਦੇ? 5 ਸਾਲ ਆਪਣੇ ਸਾਰਿਆਂ ਦੇ ਬਰਬਾਦ ਹੋਏ। ਸਹੀ ਫੈਸਲਾ ਲਓਗੇ 5 ਸਾਲ ਚੰਗੇ ਟੱਪ ਜਾਂਦੇ ਆ, ਜੇ ਗਲਤ ਫੈਸਲਾ ਲਓਗੇ 5 ਸਾਲ ਖਤਮ। ਤੁਸੀਂ ਕੱਲ ਦੇਖੀ ਹੋਣੀ ਹੈ ਕਿ ਜਿੰਨੀਆਂ ਵੀ ਪਾਰਟੀਆਂ ਹੁੰਦੀਆਂ ਆਪਣੀ ਗੱਲ ਕਰਦੀਆਂ, ਵਾਅਦੇ ਕਰਦੀਆਂ, ਪਰ ਕਿਤੇ ਤੁਸੀਂ ਸੋਚਿਆ ਕਿ ਕਿਹੜੀ ਪਾਰਟੀ ਜਵਾਨ ਦੀ ਬੱਕੀ ਹੈ? ਤੇ ਤੁਸੀਂ ਦੇਖੋਗੇ ਇਕੱਲੀ ਇੱਕੋ ਹੀ ਪਾਰਟੀ ਹੈ, ਸ਼੍ਰੋਮਣੀ ਅਕਾਲੀ ਦਲ। ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਕਿਉਂ ਬਣੇ? ਕਿਉਂਕਿ ਸਾਰਿਆਂ ਨੂੰ ਪਤਾ ਹੈ, ਭਰੋਸਾ ਉਹਨਾਂ ਦੇ ਕਿ ਜੋ ਕਹਿਤਾ ਤਾਂ ਹੋ ਗਿਆ। ਸਾਰਿਆਂ ਨੂੰ ਪਤਾ ਹੈ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਆ, ਸਾਰੇ ਧਰਮਾਂ ਦਾ ਰਕਸ਼ਾ ਕਰਨ ਵਾਲੇ ਆ, ਸਾਰਿਆਂ ਨੂੰ ਇਕੱਠੇ ਜੋੜਨ ਵਾਲੇ ਆ, ਇਕੱਠੇ ਰੱਖਣ ਵਾਲੇ ਆ। ਨਹੀਂ ਤਾਂ ਇੱਕ ਵਾਰ ਸਰਪੰਚੀ ਜਿੱਤ ਜੇ ਅਗਲੀ ਵਾਰ ਔਖੀ ਹੋ ਜਾਂਦੀ ਹੈ। 5 ਵਾਰ ਮੁੱਖ ਮੰਤਰੀ ਬਣਨਾ ਮੈਨੂੰ ਲੱਗਦਾ ਐਕਟੀ ਖੜੀ ਕਰਾਂ ਫਿਰ ਤੋਂ ਬਣ ਜਾਣਗੇ। ਮੈਂ ਤੁਹਾਨੂੰ ਅੱਜ ਦਾ ਕਿਉਂਕਿ ਵਿਸ਼ਵਾਸ ਹੈ, ਵਿਸ਼ਵਾਸ ਗੱਲ ਹੀ ਲੀਡਰ ਦੀ ਵਿਸ਼ਵਾਸ ਦੀ। ਅੱਛਾ ਕਾਂਗਰਸੀ ਤੁਸੀਂ ਦੇਖ ਲਓ, ਇੱਕ ਚੀਜ਼ ਨਹੀਂ ਪੂਰੀ ਕਰਦੇ। 2002 ਤੋਂ 2007 ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਇੱਕ ਚੀਜ਼ ਯਾਦ ਨਹੀਂ ਤੁਹਾਨੂੰ ਉਹਨੇ ਉਹ ਚੀਜ਼ ਬਣਾਈ ਹੋਈ। ਮੈਂ ਅਸੈਂਬਲੀ 'ਚ ਪੁੱਛਿਆ ਸੀ, ਉਦੋਂ ਚੰਨੀ ਲੀਡਰ ਆਫ ਦਾ ਹਾਊਸ ਸੀ, ਮੈਂ ਪੁੱਛਿਆ ਕਿ ਚੰਨੀ ਸਾਹਿਬ ਤੁਸੀਂ ਉਦੋਂ ਸਰਕਾਰ ਸੀ, ਮੈਨੂੰ 5 ਚੀਜ਼ਾਂ ਗਿਣਾ ਦਿਓ। ਨਹੀਂ ਦੱਸ ਸਕੇ, ਫਿਰ ਮੈਂ ਅਖੀਰ 'ਚ ਕਿਹਾ ਇੱਕ ਚੀਜ਼, ਤੇ ਕਹਿੰਦਾ ਪੈਚ ਵਰਕ ਲਾਏ ਸੀ ਕੈਪਟਨ ਨੇ, ਲਾਇਆ ਹੋਇਆ ਇੱਕ ਚੀਜ਼ ਨਹੀਂ ਦੱਸ ਸਕਦੇ। ਫਿਰ ਕਿਸ ਵਾਸਤੇ? ਝੂਠਾ ਝੂਠ ਜਿੰਨੇ ਮਰਜ਼ੀ ਬਣਾ ਲਓ, ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ, ਲਾਰੇ ਜਿੰਨੇ ਮਰਜ਼ੀ ਲਾ ਲਓ। ਹੁਣ ਚੰਨੀ ਕੀ ਕਹਿੰਦਾ, ਮੈਂ ਮੰਜੇ ਬੁੱਢੇ ਹੈ ਧਾਰਾਂ ਚੋ ਲੈਂਦਾ। ਮੈਨੂੰ ਐਸਐਸਪੀ ਦੱਸਦਾ ਸੀ ਰੋਪੜ ਵਾਲਾ, ਕਹਿੰਦਾ ਨਵਾਂ ਚੰਨੀ ਬਣਿਆ ਤੇ ਸ਼ੌਂਕ ਪੂਰਾ ਹੋ ਗਿਆ, ਉਹਨੂੰ ਉਮੀਦ ਤਾਂ ਹੈ ਨਹੀਂ ਸੀ, ਤੇ ਚਲਾ ਗਿਆ ਉੱਥੇ ਥਾਣੇ 'ਚ ਦੇਖਣ ਲੱਗਿਆ ਕੌਣ ਹੈ ਥਾਣੇ ਜੇਲ੍ਹ 'ਚ ਕੌਣ ਹੈ। ਹਵਾਲਾਤ 'ਚ 5-6 ਕੈਦੀ ਸੀ, ਹੁਣ ਕੱਢ ਲਿਓ। ਕਿਵੇਂ ਤੁਹਾਨੂੰ ਕਿਉਂ ਅੰਦਰ ਕੀਤਾ? ਕਹਿੰਦਾ ਜੇਬ ਕਤਰੇ। ਕਹਿੰਦਾ ਮੈਂ ਵੀ ਹੁੰਦਾ ਸੀ। ਹੁਣ ਆਹ ਤਾਂ ਚੰਨੀ ਹੈ। ਆਪਾਂ ਨੂੰ ਮੁੱਖ ਮੰਤਰੀ ਚਾਹੀਦਾ ਜਿਹੜਾ ਪਿਛੋਕੜ, ਜਿਹਨੇ ਕੰਮ ਕੀਤੇ ਹੋਣ, ਜਿਹਦੀ ਦਿਲੋਂ ਕੰਮ ਕਰਨ ਦੀ ਇੱਛਾ ਹੋਵੇ। ਚੌਧਰੀ ਦੇਵੀ ਲਾਲ ਨੂੰ, ਸਾਹ ਪ੍ਰਕਾਸ਼ ਸਿੰਘ ਬਾਦਲ ਨੂੰ ਕਿਉਂ ਮੰਨਦੇ ਸੀ ਲੋਕ? ਕਿਉਂਕਿ ਉਹ ਲੋਕ ਹੈ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਤੁਹਾਡੇ ਵਿੱਚ ਲਾਤੀ, ਤੁਹਾਡੀ ਲੜਾਈ ਲੜੀ। ਅੱਜ ਤੁਸੀਂ ਚਾਰੋਂ ਤਰਫ ਦੇਖ ਲਓ, ਅੱਜ ਜੇ ਪੰਜਾਬ 'ਚ ਬਿਜਲੀ ਹੈ, ਬਿਜਲੀ ਆਉਂਦੀ ਹੈ ਥਰਮਲ ਪਲਾਂਟਾਂ 'ਚੋਂ। ਸਾਰੇ ਥਰਮਲ ਪਲਾਂਟ ਦਾ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ, ਇੱਕ ਵੀ ਕਾਂਗਰਸ ਬਣਾਇਆ। ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਸਾਰੇ ਬਾਦਲ ਸਾਹਿਬ ਨੇ ਬਣਾਏ ਆ। ਸੜਕਾਂ ਤੋਂ ਲੈ ਕੇ ਤੁਸੀਂ ਪਿੰਡਾਂ ਦੀਆਂ ਗਲੀਆਂ ਨਾਲੀਆਂ ਤੋਂ ਲੈ ਕੇ ਆ ਤੁਹਾਡੇ ਜਿਹੜੇ ਟਿਊਬਵੈਲ ਕਨੈਕਸ਼ਨ ਤੋਂ ਲੈ ਕੇ ਤੁਹਾਡੇ ਜਿਹੜੇ ਮੰਡੀਆਂ, ਪਿੰਡਾਂ ਮੰਡੀਆਂ ਤੋਂ ਲੈ ਕੇ ਹਰ ਚੀਜ਼ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ। ਤੇ ਫਿਰ ਆਪਾਂ 5 ਸਾਲ ਕਿਉਂ ਬਰਬਾਦ ਕਰਦੇ ਹਾਂ? ਲਾਰੇ ਲਾਉਣੇ। ਹੁਣ ਤੁਸੀਂ ਇੱਕ ਗੱਲ ਦੱਸੋ, ਹੁਣ ਇੱਥੇ ਐਮਐਲਏ ਬਣ ਜਾਂਦਾ ਕਾਂਗਰਸ ਦਾ, ਕਿਤੇ ਦਿਖਾਈ ਦਿੱਤਾ? ਨਹੀਂ ਨਾ, ਹੁਣ ਕੈਪਟਨ ਵੀ ਨਹੀਂ ਆਇਆ, 5 ਸਾਲ ਨਹੀਂ ਦਿਖਾਈ ਦਿੱਤਾ। ਸਾਹ ਪ੍ਰਕਾਸ਼ ਸਿੰਘ ਬਾਦਲ ਜਾਂ ਮੈਂ ਜੋ ਸਰਕਾਰ ਹੁੰਦੀ ਸੀ, ਹਰ ਮਹੀਨੇ 2 ਮਹੀਨੇ ਸੰਗਤ ਦਰਸ਼ਨ ਕਰਦੇ ਸੀ। ਅਸੀਂ ਦੱਸਦੇ ਦੱਸੋ ਕੀ ਚਾਹੀਦਾ ਹੈ, ਕਦੇ ਖਾਣਾ ਵਾਸਤੇ ਚਾਹੀਦਾ, ਕੱਸੀਆਂ ਚਾਹੀਦੀਆਂ, ਕਿਹੜਾ ਕੁਝ ਚਾਹੀਦਾ ਹੈ, ਅਸੀਂ ਨਾਲ ਦਾ ਦਿੰਦੇ ਸੀ। ਤੇ ਹੁਣ ਮੈਂ ਤੁਹਾਨੂੰ ਬੱਲੂਆਣੇ ਹਲਕੇ ਵਾਲੇ ਨੂੰ ਕਹਿਣਾ ਚਾਹੁੰਦਾ, ਆਹ ਹਲਕਾ ਹੈ ਜਾ, ਮੈਨੂੰ ਯਾਦ ਆ ਪਿੰਡ ਪਹਿਲੇ ਅਬੋਹਰ ਸੀ,
ਪਹਿਲੇ ਜਾਖੜਾਂ ਨੇ ਬੜੀ ਇੱਥੇ ਗੰਦ ਪਾਇਆ, ਬੜੇ ਪਰਚੇ ਕਰਾਏ, ਮੈਨੂੰ ਪਤਾ ਉਦੋਂ ਦਾ। ਹੁਣ ਜਾਖੜ ਤੁਸੀਂ ਇੱਕ ਦੱਸੋ, ਜਾਖੜ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੈ ਲੀਡਰ, ਉਹਦੇ ਜਾਖੜ ਵੱਡੇ ਜਾਖੜ ਸਾਹਿਬ ਸੀ, ਅੱਜ ਹੋਰ ਜਾ ਕੇ ਦੇਖੋ ਤੁਸੀਂ ਤੁਰ ਨਹੀਂ ਸਕਦੇ, ਕਿੰਨਾ ਮਾੜਾ ਹਾਲ ਹੈ ਯਾਰ। ਆਹ ਐਡਾ ਪੁਰਾਣਾ ਲੀਡਰ ਹੋਏ, ਕਿਉਂਕਿ ਉਹਨਾਂ ਦੀ ਨੀਅਤ ਹੀ ਨਹੀਂ ਹੈ। ਜਾਖੜਾਂ ਦਾ ਇਕੱਲਾ ਨੀਅਤ ਹੈ ਕਿ ਡਰਾ ਕੇ, ਧਮਕਾ ਕੇ, ਦਬਕੇ ਮਾਰ ਕੇ, ਥਾਣਿਆਂ ਦੇ ਅੰਦਰ ਕਰਕੇ ਰਾਜ ਕਰਨਾ, ਆਹ ਸੋਚ ਆ ਉਹਨਾਂ ਦੀ। ਕੰਮ ਕਰਕੇ, ਲੋਕਾਂ ਨਾਲ ਪਿਆਰ ਕਰਕੇ ਨਹੀਂ ਇਲੈਕਸ਼ਨ ਲੜਦੇ ਹੋ। ਤੇ ਮੈਂ ਤਾਂ ਕਹਿੰਦਾ ਸ੍ਰੀ ਜਾਖੜ ਨੂੰ ਕਿ ਲੜੇ ਐਕਟਿਵ ਇਲੈਕਸ਼ਨ, ਜੇ ਹਿੰਮਤ ਹੈ, ਜੇ ਹਿੰਮਤ ਹੈ ਤਾਂ ਲੜੇ ਇਲੈਕਸ਼ਨ। ਬਣਾਤਾ ਕੰਪੇਨ ਕਮੇਟੀ ਦਾ ਚੇਅਰਮੈਨ, ਜੇ ਚੇਅਰਮੈਨ ਹਿੰਮਤ ਹੈ ਤਾਂ ਕੰਪੇਨ ਕਮੇਟੀ ਤਾਂ ਚੱਲੂਗੀ ਜੇ ਚੇਅਰਮੈਨ ਲੜੂਗਾ। ਜੇ ਚੇਅਰਮੈਨ ਹੀ ਭੱਜ ਜਾਂਦਾ ਫਿਰ ਕੰਪੇਨ ਕਮੇਟੀ ਕਿੱਥੇ ਰਹੂਗੀ? ਇੱਥੇ ਤੁਹਾਡੇ ਆਹ ਸਾਰੇ ਹਲਕੇ ਬਹੁਤ ਕੰਮ ਕਰਨ ਦੀ ਲੋੜ ਹੈ। ਤੁਹਾਡੇ ਪਾਣੀ, ਨਹਿਰੀ ਪਾਣੀ ਹੈ ਨਹੀਂ, ਪੀਣ ਵਾਲਾ ਪਾਣੀ ਹੈ ਨਹੀਂ, ਸੜਕਾਂ ਦੀ ਬੜੀ ਹਾਲਤ, ਗਲੀਆਂ ਨਾਲੀਆਂ ਹੈ ਨਹੀਂ, ਇੱਥੇ ਕੁਝ ਵੀ ਨਹੀਂ ਹੈ, ਹਸਪੀਟਲ, ਸਕੂਲ। ਤੇ ਤੁਸੀਂ ਇੱਕ ਗੱਲ ਜਾਣਦੇ ਹੋ, ਜਿੱਥੇ ਅਸੀਂ ਇਲੈਕਸ਼ਨ ਲੜਨ ਲੱਗ ਜਾਂਦੇ ਹਾਂ ਉੱਥੇ ਉਸ ਹਲਕੇ ਦਾ ਤਾਂ ਨਕਸ਼ਾ ਬਦਲ ਜਾਂਦਾ। ਤੁਸੀਂ, ਮੈਂ ਹੁਣੀ 7 ਸਾਲ ਪਹਿਲੇ ਜਲਾਲਾਬਾਦ ਗਿਆ ਸੀ, ਮੈਂ ਉਦੋਂ ਜ਼ਿੰਦਗੀ ਲਈ ਨਹੀਂ ਜਲਾਲਾਬਾਦ ਦੇਖਿਆ ਸੀ। ਉਹ ਬਾਈ ਇਲੈਕਸ਼ਨ ਆ ਗਿਆ, ਮੈਨੂੰ ਭੇਜਤਾ, ਬਹੁਤ ਬੁਰਾ ਹਾਲ, ਬਹੁਤ ਹੀ ਬੁਰਾ ਹਾਲ। 7 ਸਾਲਾਂ ਚ ਅੱਜ ਪਛਾਣ ਨਹੀਂ ਸਕਦੇ ਕਿ ਉਹੀ ਜਲਾਲਾਬਾਦ ਹੈ। ਤੁਸੀਂ ਮੈਨੂੰ ਬਹੁਤ ਪਿਆਰ ਦਿੱਤਾ, ਮੈਂ ਇੱਕ ਇਲੈਕਸ਼ਨ ਲੜਿਆ ਤੁਹਾਡੇ ਇੱਥੋਂ, ਤੇ ਮੈਂ ਤੁਹਾਨੂੰ ਇੰਨਾ ਕਹਿੰਦਾ ਸਰ, ਸਾਡੇ ਪਰਿਵਾਰ ਦਾ ਕੋਈ ਨਾ ਕੋਈ ਜੀ ਇੱਥੇ ਲੜਦਾ ਹੀ ਰਹੂਗਾ ਤੁਹਾਡੀ ਸੇਵਾ ਕਰਨ। ਨਾਲੇ ਹੋਰ ਗੱਲ ਹੈ, ਤੁਹਾਨੂੰ ਕੰਮ ਕਰਕੇ ਦਿਖਾਵਾਂਗੇ, ਕਿਵੇਂ ਦੇਖੋਗੇ ਇੱਥੇ ਜਾਖੜ ਕਿਵੇਂ ਕੰਮ ਕਰਾਉਂਦੇ ਕਹਿੰਦੇ ਸੀ ਤੇ ਬਾਦਲ ਪਰਿਵਾਰ ਕਿਵੇਂ ਰਹੂਗਾ। ਮੈਂ ਸਰਕਾਰ ਤੁਸੀਂ ਬਣਾ ਦਿਓ, ਪਹਿਲੇ 1.5 ਮਹੀਨੇ ਦੀ ਗੱਲ ਰਹਿ ਗਈ ਹੈ, ਸਰਕਾਰ ਬਣਾ ਦਿਓ ਕੱਲੇ ਪਹਿਲੇ 2 ਸਾਲਾਂ ਚ, ਅਗਲੇ ਪਾਰਲੀਮੈਂਟ ਇਲੈਕਸ਼ਨ ਤੋਂ ਪਹਿਲੇ ਤੁਹਾਡੇ ਪਿੰਡ ਚ ਨਹਿਰੀ ਪਾਣੀ, ਭਾਵੇਂ ਕੱਸੀਆਂ ਕਰਨੀਆਂ ਪਾਣ, ਭਾਵੇਂ ਪਾਈਪਾਂ ਪਾਉਣੀਆਂ, ਆਪਣਾ ਅਖੀਰਲੇ ਕਿੱਲੇ ਦਾ ਪਾਣੀ ਪਹੁੰਚਾ ਦੂੰਗਾ, ਅਖੀਰਲੇ ਕਿੱਲੇ ਦਾ। ਤੁਹਾਡੇ ਪੀਣ ਵਾਲੇ ਪਾਣੀ ਭਾਵੇਂ ਤੁਹਾਨੂੰ ਇਸ ਹਲਕੇ 40 ਵਾਟਰ ਵਰਕਸਾਂ ਦੀ ਲੋੜ ਆ, 50 ਪਹਿਲੇ ਹੀ ਹਫ਼ਤੇ ਤੋਂ ਮਨਜ਼ੂਰ ਕਰਾ ਕੇ ਤੁਹਾਨੂੰ ਕੰਮ ਕਰਾ ਦੂੰਗਾ। ਹਲੇ ਇੱਥੇ ਬਹੁਤ ਚੀਜ਼ਾਂ ਕਰਨ ਵਾਲੀਆਂ ਤੁਸੀਂ ਦੇਖੋਗੇ, ਤੁਹਾਡੇ ਸਾਰੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਸੀਮੈਂਟ ਦੀਆਂ ਹੋਣਗੀਆਂ, ਜਿਵੇਂ ਦੂਜੇ ਹਲਕੇ 'ਚ। ਤੁਸੀਂ ਜਿਵੇਂ ਨਵੀਂ ਗੱਡੀ ਸ਼ੋਰੂਮ 'ਚੋਂ ਕੱਢ ਕੇ ਲਿਆਈਦੀ ਹੈ, ਤੁਸੀਂ ਦੇਖੋਗੇ ਫਰਕ। ਤੁਸੀਂ ਹੋਰ ਸ਼ਹਿਰ ਦੇਖੋਗੇ, ਜਿਵੇਂ ਬਠਿੰਡਾ ਬਣਾਇਆ, ਬਠਿੰਡਾ ਤੁਸੀਂ ਤੁਰ ਨਹੀਂ ਸਕਦੇ ਸੀ, ਤੇ ਬਠਿੰਡਾ 'ਚ ਕਿਵੇਂ ਆ ਉਵੇਂ ਹੋਰ ਬਣਾ ਕੇ ਦਿਖਾਵਾਂਗੇ। ਇੱਥੇ ਇੰਡਸਟਰੀ ਚਾਹੀਦੀ ਹੈ, ਇੱਥੇ ਕਈ ਚੀਜ਼ਾਂ ਚਾਹੀਦੀਆਂ, ਇੱਥੇ ਮੈਡੀਕਲ ਕਾਲਜ, ਮੈਡੀਕਲ ਚੀਜ਼ਾਂ ਚਾਹੀਦੀਆਂ। ਹੁਣ ਕੌਣ ਕਰ ਸਕਦਾ ਹੈ? ਉਹ ਕਰ ਸਕਦਾ ਜਿਹੜਾ ਇਲਾਕੇ ਦਾ ਚੀਫ ਮਿਨਿਸਟਰ ਹੋਵੇ। ਹੁਣ 4 ਪਾਰਟੀਆਂ ਲੜ ਰਹੀਆਂ, ਬੀਜੇਪੀ, ਕਾਂਗਰਸ, ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ। ਬੀਜੇਪੀ ਦਾ ਸ਼ਾਇਦ ਖਾਤਾ ਹੀ ਨਾ ਖੁੱਲੇ, ਉਹ ਤਾਂ ਫਿਰ ਚੀਫ ਮਿਨਿਸਟਰ ਬਣਨਾ ਕਿਹੜਾ ਹੋਣਾ ਉਹਨਾਂ ਦਾ। ਤੇ ਇਸ ਕਰਕੇ ਬੀਜੇਪੀ ਨੂੰ ਵੋਟ ਪਾਉਣੀ, ਖਰਾਬ ਕਰਨੀ ਵੋਟ ਹੈ। ਦੂਜੀ ਪਾਸੇ ਆਮ ਆਦਮੀ ਪਾਰਟੀ, ਉਹਨਾਂ ਦਾ ਉਮੀਦਵਾਰ ਪਤਾ ਨਹੀਂ, ਜੇ ਭਗਵੰਤ ਮਾਨ ਹੈ ਉਹ ਤਾਂ ਸ਼ਰਾਬ ਦਾ ਡੱਕਿਆ ਰਹਿੰਦਾ ਹੈ। ਦੂਜੇ ਪਾਸੇ ਕਾਂਗਰਸ ਹੈ, ਹੁਣ ਪਤਾ ਨਹੀਂ ਕਿਹਨੂੰ ਕਹਿੰਦੇ ਹੈ, ਇੱਕ ਤਾਂ ਠੋਕਰ ਵਾਲੀ ਹੈ, ਉਹ ਤਾਂ ਪਾਗਲ ਹੈ, ਜਮਾਂ ਹੀ ਮੈਂਟਲ ਬੰਦਾ। ਉਹਦਾ ਮੈਨੂੰ ਕਹਿੰਦੇ ਕਿਹੜੀ ਪਾਰਟੀ 'ਚ ਜੋ ਨਵਾਂ ਚਾਹ ਸੀ, ਮੈਂ ਕਿਹਾ ਜਿੱਥੇ ਜਾਊਗਾ ਉਸ ਪਾਰਟੀ ਨੂੰ ਬਰਬਾਦ ਕਰਕੇ ਆਊਗਾ। ਕਾਂਗਰਸ ਨੂੰ ਮੈਂ ਜਮਾਂ ਲਾ ਕੇ ਨਾ ਪੂਰੇ ਡਬੋ ਕੇ ਕਾਂਗਰਸ ਨੂੰ ਫਿਰ ਨਿਕਲੂ ਤਾਂ ਕਿ ਉਹ ਸਾਰੇ ਉੱਤਰਦੇ ਆ। ਉਹਨਾਂ ਨੇ ਝਾਕਣਾ ਨਹੀਂ, ਜੇ ਉਹਨਾਂ ਦੀ ਸਰਕਾਰਾਂ ਆ ਗਈਆਂ ਵੋਟ ਇਸ ਤਰ੍ਹਾਂ ਝਾਕਣਾ ਹੀ ਨਹੀਂ ਕਿ ਬੱਲੂ ਵਾਲਾ ਹੈ ਕਿੱਥੇ ਦਾ ਮੋਹਰ ਇੱਥੇ ਕਿੱਥੇ ਝਾਕਣਾ ਨਹੀਂ। ਜੇ ਕੋਈ ਕਰ ਸਕਦਾ ਤੇ ਤੁਸੀਂ ਇਕੱਲਾ ਅੱਖਾਂ ਬੀਜ ਕੇ ਵਿਸ਼ਵਾਸ ਕਰਕੇ ਤਕੜੀ ਦਾ ਵੋਟ ਲਾ ਦਿਓ ਤੇ ਤੁਸੀਂ ਦੇਖੋਗੇ ਕਿੰਨਾ ਹੋਊਗਾ। ਜਿਵੇਂ ਪਾਰਲੀਮੈਂਟ ਤੋਂ ਤੁਸੀਂ ਮੈਨੂੰ ਮਿਲਾ 50,000 ਦੇ ਨੇੜੇ ਲੈ ਗਏ ਤੁਸੀਂ 43,000 ਉਵੇਂ ਕਰ ਦਿਓ ਤੇ ਉਹਦੇ ਬਾਅਦ ਮੇਰੇ ਤੇ ਛੱਡਿਓ। ਤੁਸੀਂ ਤੁਹਾਡੀ ਮੰਗਣ ਦੀ ਲੋੜ ਨਹੀਂ, ਤੁਸੀਂ ਆਪਣੇ ਆਪ ਹੀ ਦੇਖੋਗੇ ਅਫਸਰ ਪੰਜਾਬ ਸਰਕਾਰ ਦੇ ਤੁਹਾਡੇ ਪਿੰਡਾਂ 'ਚ ਭਜਦੇ ਆਉਂਦੇ, ਦੱਸੋ ਆਹ ਵੀ ਚਾਹੀਦਾ, ਆਹ ਵੀ ਕਰੀ ਜਾਂਦੇ,
ਖਾਲਾ ਕਸੀਆਂ ਬਣਾਉਣੀਆਂ ਜੀ, ਤੁਹਾਡੀ ਆਹ ਬਣਾਉਣੇ ਆ, ਸੇਮ ਕੱਢਣੀਆਂ, ਤੇ ਤੁਸੀਂ ਦੇਖੋ ਕਿੰਨਾ ਨੁਕਸਾਨ ਹੋ ਗਿਆ ਪਿਛਲੀ ਵਾਰ ਫਸਲ ਦਾ। ਆ ਸਾਰਾ ਇਲਾਕਾ ਡੁੱਬ ਗਿਆ ਸੀ। ਮੈਂ ਵੀ ਆਇਆ ਸੀ, ਮੈਨੂੰ ਦੇਖ ਕੇ ਉਹ ਕਾਂਗਰਸੀ ਮਿਨਿਸਟਰ ਭਰੇ, ਉਹ ਦਵਾਨੀ ਨਹੀਂ ਦਿੱਤੀ, ਕੰਪਨਸੇਸ਼ਨ ਦਵਾਨੀ ਨਹੀਂ ਦਿੱਤੀ। ਦਿੱਤੀ ਸੀ ਕਿ ਨਹੀਂ ਦੱਸੋ, ਕੋਈ ਪੈਸਾ ਆਇਆ ਕਿ ਨਹੀਂ? ਇਹਨਾਂ ਨੇ ਦੇਣਾ ਹੀ ਨਹੀਂ ਕੁਛ। ਹੁਣ ਵੀ ਚੰਨੀ ਰਹੀਆਂ ਨੇ ਫੋਟੋ ਲਾ ਕੇ ਇਸ਼ਤਿਹਾਰ ਕਰਤਾ ਕਿ ਮੈਂ ਨਰਮੇ ਦਾ ਮੁਆਵਜ਼ਾ ਦਿੱਤਾ, 1 ਰੁਪਿਆ ਨਹੀਂ ਦਿੱਤਾ ਡਿਆ ਹਲੇ ਤੱਕ। ਇੱਥੇ ਹੋ ਗਈ ਆਪਣੀ ਫਸਲ ਖਰਾਬ ਹੋ ਗਈ, ਆਪਣੇ ਬਾਸਮਤੀ ਦੀ ਉੱਥੇ ਨਹੀਂ ਦਿੱਤੀ। ਅੱਜ ਇਕੱਲੇ ਡਰਾਮੇ ਕਰਨ 100 ਦਿਨ ਰੋਜ਼ ਇਸ਼ਤਿਹਾਰ ਕਰ ਲੈਂਦੇ ਆ। 250 ਕਰੋੜ ਰੁਪਇਆ ਇਸ਼ਤਿਹਾਰਾਂ ਦਾ ਲਾਦਾ, 250 ਕਰੋੜ ਰੁਪਇਆ। ਇਹਨਾਂ ਦੇ ਵਿੱਚ ਕੋਈ ਦਰਦ ਨਹੀਂ ਹੈ। ਦੇਣਾ ਕੀ ਸੀ? ਦੇਖੋ SC ਸਕਾਲਰਸ਼ਿਪ, SC ਬੱਚਿਆਂ ਨੂੰ ਅਸੀਂ ਬਹੁਤ ਪੜਾਉਂਦੇ ਸੀ, ਸਕਾਲਰਸ਼ਿਪ ਬੰਦ ਕਰਤੀ ਇਹਨਾਂ ਨੇ। ਸੇਵਾ ਕੇਂਦਰ ਮੈਂ ਪਿੰਡਾਂ 'ਚ ਖੋਲੇ, ਬੰਦ ਕਰਤੇ ਇਹਨਾਂ ਨੇ। ਜਿਹੜੇ ਮੈਂ ਇੱਥੇ ਖੇਡਾਂ ਦਾ ਸਮਾਨ ਤੇ ਜਿਮ ਅਸੀਂ ਭੇਜਦੇ ਹੁੰਦੇ ਪਿੰਡਾਂ 'ਚ, ਬੰਦ ਕਰ ਦਿੱਤੇ। ਮੁੱਖ ਮੰਤਰੀ ਤੀਰਥ ਯਾਤਰਾ ਸ਼ੁਰੂ ਕੀਤੀ ਸੀ, ਤੁਸੀਂ ਜਿਹਨੇ ਆਪਣੇ ਧਾਰਮਿਕ ਸਥਾਨ ਜਾਣਾ, ਸਰਕਾਰੀ ਖਰਚੇ ਬੰਦ ਕਰ ਦਿੱਤੇ ਨੇ। ਵਰਲਡ ਕੱਪ ਮੈਂ ਕਬੱਡੀ ਕਰਾਉਂਦਾ ਸੀ, ਬੰਦ ਕਰ ਦਿੱਤੇ। ਲੜਕੀਆਂ ਨੂੰ ਸਾਈਕਲ ਦਿੰਦੇ ਸੀ 9ਵੀਂ ਤੇ 10ਵੀਂ ਪੜ੍ਹਨ ਵਾਲੇ ਦੇ, ਬੰਦ ਕਰ ਦਿੱਤੇ। ਹੁਣ ਪੈਨਸ਼ਨਾਂ ਕੱਟਦੀਆਂ, ਨੀਲੇ ਕਾਰਡ ਕੱਟਦੇ। 5 ਸਾਲ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਹੁਣ ਤੁਹਾਡੇ ਕੋਲੇ ਹੁਣ ਆਮ ਆਦਮੀ ਪਾਰਟੀ ਹੈ, ਦੂਜੀ ਦੇ ਲੋ ਆਮ ਆਦਮੀ ਪਾਰਟੀ ਕੇਜਰੀਵਾਲ ਕੀ ਉਹ ਤੁਹਾਡਾ ਹਮਦਰਦ ਹੋ ਸਕਦਾ ਬਨੂੜੇ ਹਲਕੇ ਦਾ? ਉਹਨੂੰ ਫਿਕਰ ਹੀ ਨਹੀਂ, ਪਰਵਾਹ ਨਹੀਂ। ਜੋ ਬੱਲੂਆਣੇ ਵਾਲਿਆਂ ਨੂੰ ਪਾਣੀ ਮਿਲਦਾ, ਨਹਿਰੀ ਪਾਣੀ ਮਿਲਦਾ। ਜੇ ਤੁਹਾਡੇ ਬੱਲੂਆਣੇ ਨੂੰ ਨਹਿਰੀ ਪਾਣੀ ਚਾਹੀਦਾ ਹੈ, ਕੱਲਾ ਸੁਖਬੀਰ ਸਿੰਘ ਬਾਦਲ ਦਵਾਸਦਾ, ਉਹ ਕਿਸੇ ਨੂੰ ਕਿਸੇ ਨੇ ਨਹੀਂ ਦਵਾਉਣਾ। ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ, ਜੱਟ ਦੀ ਦੇਸੀ ਗੱਲ ਦੱਸਦਾ। ਜੇ ਤੁਸੀਂ ਨਹਿਰੀ ਪਾਣੀ ਚਾਹੁੰਦੇ ਹੋ, ਜੇ ਪੀਣ ਵਾਲਾ ਪਾਣੀ ਚਾਹੁੰਦੇ ਹੋ, ਜੇ ਇੱਥੇ ਡਿਵੈਲਪਮੈਂਟ ਕਰਨਾ ਚਾਹੁੰਦੇ ਹੋ, ਕਿਸੇ ਹੋਰ ਪਾਰਟੀ ਦੀ ਸਰਕਾਰ ਭਾਵੇਂ 20 ਸਾਲ ਰੱਖੀ ਰੱਖੋ, ਕਿਸੇ ਨੇ ਇੱਟ ਨਹੀਂ ਲਾਉਣੀ। ਜੇ ਲਾਊਗਾ ਤਾਂ ਕੱਲਾ ਮੈਂ ਹੀ ਲਾਊਗਾ। ਜਦੋਂ ਭਾਵੇਂ ਹੁਣ ਦਵਾ ਦਿਓ, ਲਵਾ ਲਿਓ, ਵੋਟਾਂ ਪਾ ਕੇ ਭਾਵੇਂ ਹੋਰ ਕਿਸੇ ਨੇ ਨਹੀਂ ਕਰਨੀ। ਸਾਰੇ ਇਹਨਾਂ ਨੇ ਇਸ ਤਰ੍ਹਾਂ ਹੋਣਾ ਹੀ ਨਹੀਂ। 5-5 ਸਾਲ 10-10 ਸਾਲ ਟੱਪ ਜਾਣਗੇ। ਇਹਨਾਂ ਨੇ ਆਹ ਨਾ ਨਹੀਂ ਹੋਣਾ, ਤੁਹਾਡੇ ਪਿੰਡ ਨਹੀਂ ਹੋਣਾ, ਹੋਣਾ ਹੀ ਨਹੀਂ। ਇਸ ਕਰਕੇ ਭਾਵੇਂ ਆਪਾਂ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਆ, ਐਕਟੀ ਇਕੱਠਾ ਕਰ ਲਓ। ਐਕਟੀ ਇੱਕ ਵਾਰ ਨਜ਼ਾਰਾ ਲੈ ਕੇ ਦੇਖੋ ਕਿ ਕਿਵੇਂ ਫਰਕ ਹੁੰਦਾ, ਕਿਵੇਂ ਫਰਕ ਹੁੰਦਾ। ਆ ਕੋਈ ਹਰਦੇਵ ਦੇ ਕੈਂਡੀਡੇਟ ਨਹੀਂ ਸਹੀ ਬਣੇ ਤੇ ਤੁਹਾਡਾ MLA ਮੈਂ ਹੀ ਹੈ। ਕਈ ਤਾਂ ਵਿਚਾਰੇ ਦੀ ਫਾਰਮੈਲਿਟੀ ਹੈ, ਕੋਈ ਕੰਮਕਾਰ ਹੋਏ ਤਾਂ ਤੁਸੀਂ ਤਾਂ ਦੇਖੋ। ਹੁਣ ਤਾਂ ਤੁਹਾਨੂੰ ਨਾ ਜਿਵੇਂ ਆਪਾਂ ਜਾਣਦੇ ਆ, ਉਹ ਤੁਸੀਂ ਦੁਕਾਨ ਚਲੋ ਸਾਬਣ ਲੈਣ ਵਾਸਤੇ ਲੱਖ ਸਾਬਣ ਲਓ, ਉਹ ਲਿਖਿਆ ਹੁੰਦਾ ਕਿ ਸਾਬਣਦਾਨੀ ਫ੍ਰੀ ਹੁੰਦੀ ਹੈ। ਲੇਕਿਨ ਵੋਟ ਕਰੇ ਸੁਖਬੀਰ ਬਾਦਲ ਫ੍ਰੀ ਚ ਮਿਲ ਜਾਂਦਾ। ਅਸੀਂ ਸਾਡਾ 13 ਨਿਕਾਸੀ ਪ੍ਰੋਗਰਾਮ ਤੁਸੀਂ ਦੇਖਿਆ ਹੋਣਾ, ਜਿਹੜਾ ਤੁਸੀਂ ਦੇਖੋਗੇ ਨੌਜਵਾਨਾਂ ਵਾਸਤੇ ਕਿੰਨਾ ਫਰਕ ਹੋਊਗਾ ਅਗਲੇ 5 ਸਾਲਾਂ 'ਚ। ਅਸੀਂ ਜਿਹੜੇ ਸਰਕਾਰੀ ਸਕੂਲ ਹੈ, ਹੁਣ ਇੱਕ 4-4 5-5 ਕਮਰਿਆਂ ਨਹੀਂ, ਮੈਂ ਹਰ 25,000 ਆਬਾਦੀ ਦੇ ਅੰਦਰ 5,000 ਬੱਚੇ ਦਾ ਇੱਕ ਸਕੂਲ ਬਣਾਉਂਗਾ, ਜਿਹਦੇ 'ਚ 50 ਬੱਚਿਆਂ ਮਗਰ ਇੱਕ ਟੀਚਰ, ਮਤਲਬ 100 ਟੀਚਰ ਉਸ ਸਕੂਲ 'ਚ ਹੋਣਗੇ ਤੇ ਉਹਨਾਂ ਦੇ ਮਕਾਨ ਵੀ ਉੱਥੇ ਹੀ ਹੋਣਗੇ। ਕੰਪਲੈਕਸ ਹੋਊਗਾ ਸਕੂਲ ਦਾ। ਘੱਟ ਤੋਂ ਘੱਟ ਪੜ੍ਹਾਈ ਤਾਂ ਪੂਰੀ ਹੋਏ, ਡਰਾਮੇ ਖਤਮ। ਜਿਹੜੇ ਸਰਕਾਰੀ ਸਕੂਲ ਦੇ ਪੜ੍ਹੇ ਬੱਚੇ ਹੈ, ਜਿਹੜੇ ਮਰਜ਼ੀ ਕਾਲਜ ਪੰਜਾਬ ਜਾਣ, 33% ਸੀਟਾਂ ਉਹਨਾਂ ਵਾਸਤੇ ਰਿਜ਼ਰਵ ਹੋਣਗੀਆਂ ਤੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਪੰਜਾਬ ਸਰਕਾਰ ਦੇਗੀ। ਜਿਹੜੇ ਸਰਕਾਰੀ ਸਕੂਲ ਦੇ ਪੜ੍ਹ ਜਾਣਗੇ, ਕਾਲਜਾਂ ਜਾਣਗੇ। ਜਿਹੜੇ ਸਰਕਾਰੀ ਸਕੂਲ ਦੇ ਪੜ੍ਹੇ ਬੱਚੇ ਹੈ, ਜਿੰਨੀਆਂ ਸਰਕਾਰੀ ਨੌਕਰੀਆਂ 30-33% ਸੀਟਾਂ ਉਹਨਾਂ ਵਾਸਤੇ ਰਿਜ਼ਰਵ ਕੀਤੀਆਂ ਹੋਣਗੀਆਂ। ਸਰਕਾਰੀ ਸਕੂਲ ਦੇ ਪੜ੍ਹੇ ਬੱਚਿਆਂ ਵਾਸਤੇ ਘੱਟ ਤੋਂ ਘੱਟ ਗਰੀਬ ਬੱਚਾ ਜੇ ਪੈਰਾਂ ਤੇ ਖੜੇ ਹੋ ਜਾਏ ਨਾ, ਆਪਣੇ ਆਪ ਹੀ ਅੱਗੇ ਵਧੋਗੇ। ਇੱਕ ਅਸੀਂ ਸਟੂਡੈਂਟ ਕਾਰਡ ਲੈ ਕੇ ਆਏ ਹਾਂ, ਮਤਲਬ ਕਿ ਤੁਸੀਂ ਕਿਤੇ ਮਰਜ਼ੀ ਪੜ੍ਹਨਾ ਹੋਏ ਹਿੰਦੁਸਤਾਨ ਦੇ ਕਿਸੇ ਸੂਬੇ 'ਚ, ਜਾਂ ਤੂੰ ਕੈਨੇਡਾ ਜਾ ਕੇ ਜਾਂ ਕਿਤੇ ਆਸਟ੍ਰੇਲੀਆ ਜਾ ਕੇ, ਬਹੁਤ ਲੋਕੀ ਇਸ ਇਲਾਕੇ ਦੇ ਜਾ ਰਹੇ ਲੋਕ ਪੇਪਰ ਇਸ ਵੇਲੇ ਤੱਕ ਗਿਆ ਸ਼ੁਰੂ ਹੋਇਆ ਸਰ। ਜੇ ਕਿਸੇ ਨੇ ਪੜ੍ਹਨਾ ਹੋਏ, ਸੈਰ ਸਪਾਟੇ ਵਾਸਤੇ ਨਹੀਂ, ਪੜ੍ਹਨ ਵਾਸਤੇ, ਤੁਸੀਂ ਕੋਈ ਵੀ ਯੂਨੀਵਰਸਿਟੀ ਉੱਥੇ ਦਾਖਲਾ ਲੈ ਲਓ, 10 ਲੱਖ ਰੁਪਏ ਤੱਕ ਅਸੀਂ ਦੇਵਾਂਗੇ ਪੰਜਾਬ ਸਰਕਾਰ। ਕਿਉਂਕਿ ਮੈਂ ਚਾਹੁੰਦਾ ਕਿ ਨੌਜਵਾਨ ਪੜ੍ਹ ਜਾਣ। ਇੱਕ ਵਾਰ ਨੌਜਵਾਨ ਪੜ੍ਹ ਜੇ ਨਾ ਤੇ ਚੰਗੀਆਂ ਕਾਲਜਾਂ ਪੜ੍ਹ ਜੇ, ਆਪਣੇ ਹੀ ਪੈਰਾਂ ਤੇ ਖੜਾ ਹੋ ਜਾਊਗਾ। ਜੋੜੇ ਫਿਰ ਕੇ ਛੋਟੀ ਚੀਜ਼ਾਂ ਦੀ ਲੋੜ ਨਹੀਂ ਹੈ। ਜਿਹੜੇ ਨੌਜਵਾਨ ਆਪਣਾ ਕੰਮ ਕਰਨਾ ਚਾਹੁਣਗੇ, ਜਿਵੇਂ ਕੋਈ ਕਿਸੇ ਨੇ ਆਪਣੀ ਦੁਕਾਨ ਖੋਲ੍ਹਣੀ ਹੈ, ਕਿਸੇ ਨੇ ਵਰਕਸ਼ਾਪ ਖੋਲ੍ਹਣੀ ਹੈ, ਕਿਸੇ ਲੜਕੀ ਨੇ ਕੋਈ ਬਿਊਟੀ ਪਾਰਲਰ ਦਾ ਦੁਕਾਨ ਖੋਲ੍ਹਣੀ ਹੈ ਜਾਂ ਸਿਲਾਈ ਦਾ ਕੰਮ ਖੋਲ੍ਹਣੀ ਹੈ, ਹੁੰਦਾ ਹੀ ਨਹੀਂ ਪੈਸਾ।
ਇਸ ਕਰਕੇ ਜਿਹੜੇ ਖੋਲੀਆਂ 5 ਲੱਖ ਰੁਪਏ ਤੱਕ ਦਾ ਲੋਨ 50 ਕੋਆਪਰੇਟਿਵ ਬੈਂਕ ਤੋਂ ਦਿੱਤਾ ਜਾਊਗਾ ਉਹਨਾਂ ਨੂੰ, ਜਿਹਦਾ ਕੋਈ ਵਿਆਜ ਨਹੀਂ ਹੋਊਗਾ। 3 ਸਾਲ ਤੁਸੀਂ ਵਾਪਸ ਵੀ ਨਹੀਂ ਕਰਨਾ, 3 ਸਾਲ ਬਾਅਦ ਵਿਆਜ ਵੀ ਨਹੀਂ ਹੋਊਗਾ ਤੇ ਵਾਪਸ ਕਰਨਾ, ਉਦੋਂ ਤੱਕ ਤੁਹਾਡੀ ਦੁਕਾਨ ਜਾਂ ਕੋਈ ਚੀਜ਼ ਚੱਲ ਜੂਗੀ ਤੇ 10 ਸਾਲਾਂ ਤੁਸੀਂ ਵਾਪਸ ਲਾ ਦਿਓ। ਮੇਰੀ ਸੋਚ ਕੀ ਹੈ ਕਿ ਆਪਣੇ ਪੈਰਾਂ ਤੇ ਖੜੇ ਹੋਣ। ਹੁਣ ਇੱਕ ਚੀਜ਼ ਦੇਖੋ, ਬਿਜਲੀ ਕਿੰਨੀ ਬਿੱਲ ਆਉਂਦੇ ਆ। ਪਿਛਲੀ ਵਾਰ ਬਿਜਲੀ ਪੂਰੀ ਕੀਤੀ ਸੀ, ਐਕਚੁਅਲੀ ਬਿਜਲੀ ਸਸਤੀ ਕਰਾਂਗੇ। 400 ਯੂਨਿਟ ਸਾਰਿਆਂ ਵਾਸਤੇ, ਭਾਵੇਂ ਐਸਸੀ ਭਾਈਚਾਰਾ, ਭਾਵੇਂ BC ਭਾਈਚਾਰਾ, ਭਾਵੇਂ ਜਨਰਲ, ਸਾਰਿਆਂ ਵਾਸਤੇ ਪਹਿਲੇ 400 ਯੂਨਿਟ ਮਹੀਨੇ ਦੇ ਮੁਫਤ ਹੋਣਗੇ। ਇੱਕ ਅਸੀਂ ਮੈਡੀਕਲ ਕਾਰਡ 10 ਲੱਖ ਰੁਪਏ ਦਾ ਮੈਡੀਕਲ ਕਾਰਡ ਬਣਾਇਆ ਜਾਊਗਾ। ਜੇ ਅਮਰੀਕਾ ਕੈਨੇਡਾ ਕੀ ਹੁੰਦਾ, ਪੈਸੇ ਨਹੀਂ ਦੇਣੇ ਪੈਂਦੇ, ਹੱਥਾਂ ਨੂੰ ਕਾਰਡ ਬਣ ਜਾਂਦਾ। ਉਹ ਕਾਰਡ ਇੰਸ਼ੋਰੈਂਸ ਕੰਪਨੀ ਦਾ ਕਾਰਡ ਹੁੰਦਾ, ਅਸੀਂ ਉਹਨਾਂ ਨੂੰ ਇੰਸ਼ੋਰੈਂਸ ਕੰਪਨੀ ਨੂੰ ਪੈਸਾ ਦੇ ਦਾਂਗੇ ਪ੍ਰੀਮੀਅਮ। ਉਹ ਕਾਰਡ ਆਊਗਾ, ਕਿਤੇ ਮਰਜ਼ੀ ਇਲਾਜ ਕਰਾ ਲਓ ਕਾਰਡ ਦਿਖਾ ਕੇ। ਇੱਕ ਅਸੀਂ ਕਿਸਾਨਾਂ ਵਾਸਤੇ ਐਕਟੀ ਅਸੀਂ ਫੈਸਲਾ ਕੀਤਾ, ਤੁਹਾਡਾ ਫਸਲ ਦਾ ਬੀਮਾ। ਜੇ ਤੁਹਾਡਾ ਬਾਗ ਦਾ ਨੁਕਸਾਨ ਹੋ ਜੇ, ਤੁਹਾਡੇ ਝੋਨੇ ਫਸਲ ਦਾ ਨੁਕਸਾਨ ਹੋ ਜੇ, ਨਰਮੇ ਦਾ ਨੁਕਸਾਨ ਹੋ ਜੇ, ਹੁੰਦਾ ਕੀ ਹੈ, ਸਾਰਾ ਕੁਝ ਖਤਮ ਹੋ ਜਾਂਦਾ ਹੈ, ਕੋਈ ਮੁਆਵਜ਼ਾ ਮਿਲਦਾ ਨਹੀਂ। ਜਿਵੇਂ ਮੋਟਰਸਾਈਕਲ ਦਾ ਬੀਮਾ ਹੋ ਜਾਂਦਾ, ਟਰੈਕਟਰ ਦਾ ਬੀਮਾ ਹੋ ਜਾਂਦਾ, ਐਕਸੀਡੈਂਟ ਹੋ ਤੇ ਪੈਸਾ ਮਿਲ ਜਾਂਦਾ, ਉਵੇਂ ਅਸੀਂ ਹਰ 6 ਫਸਲ ਦਾ 50,000 ਰੁਪਏ ਕਿੱਲੇ ਦਾ ਅਸੀਂ ਬੀਮਾ ਕਰਾਵਾਂਗੇ ਸਾਰਿਆਂ ਦਾ। ਘੱਟ ਤੋਂ ਘੱਟ 50,000 ਰੁਪਏ ਕਿੱਲਾ। ਤੇ ਜਿੰਨੇ ਫਰੂਟ ਹੈ, ਵੈਜੀਟੇਬਲ ਹੈ ਤੇ ਦੁੱਧ ਹੈ, ਉਹਨਾਂ ਤੇ ਮਿਨੀਮਮ ਸਪੋਰਟ ਪ੍ਰਾਈਸ ਸਟੇਟ ਦੇਗੀ। ਮਤਲਬ ਕੀ ਹੈ, ਜਿਵੇਂ ਫॉर ਐਗਜ਼ਾਮਪਲ ਕਿਲੋ ਹੈ, ਤੁਹਾਡੇ ਦੇ ਤੇ ਕਿਲੋ ਸਾਰੇ ਲਈ ਬੈਠੇ, ਜਿਵੇਂ ਕੋਈ 5 ਰੁਪਏ ਕਿਲੋ ਹੈ ਆਪਾਂ ਲੈਂਦੇ ਹਾਂ, ਰੇਟ MSP ਤੈਅ ਹੋਈ ਹੈ। ਜੇ ਮਾਰਕੀਟ 4 ਰੁਪਏ ਵਿਕ ਰਿਹਾ, ਫਿਰ 1 ਰੁਪਿਆ ਸਟੇਟ ਗਵਰਨਮੈਂਟ ਦੇ ਦੂਗੀ। ਅਸੀਂ ਚਾਹੁੰਦੇ ਹਾਂ ਕਿ ਘੱਟ ਤੋਂ ਘੱਟ ਸਟੇਟ ਗਵਰਨਮੈਂਟ ਦਾ ਮਿਨੀਮਮ ਸਪੋਰਟ ਪ੍ਰਾਈਸ ਤਾਂ ਹੋਏ ਘੱਟ ਤੋਂ ਘੱਟ। ਅਸੀਂ ਸਾਰੀਆਂ ਚੀਜ਼ਾਂ ਬੜੀਆਂ ਸੋਚ ਸਮਝ ਕੇ ਕਰ ਰਹੇ ਹਾਂ। ਅਸੀਂ ਐ ਨਹੀਂ ਜਿਵੇਂ ਆਮ ਆਦਮੀ ਸਾਰੀਆਂ ਹੀ ਔਰਤਾਂ ਨੂੰ 1000 ਰੁਪਏ ਦੇ ਦਾਂਗੇ, ਆਹ ਕੋਈ ਗੱਲ। ਤੇ ਝੂਠ ਤੇ ਝੂਠ। ਜਿੱਥੋਂ ਦਾ ਮੁੱਖ ਮੰਤਰੀ ਕੇਜਰੀਵਾਲ ਹੈ, ਉੱਥੇ ਦੀਵਾਨੀ ਨਹੀਂ ਦਿੱਤੀ। 10 ਸਾਲ ਹੋ ਗਏ ਮੁੱਖ ਮੰਤਰੀ ਬਣੇ ਨੂੰ, 1 ਰੁਪਿਆ ਨਹੀਂ ਦਿੱਤਾ ਉੱਥੇ ਕਿਸੇ ਔਰਤ ਨੂੰ। ਇੱਕ ਮੁਲਾਜ਼ਮ ਪੱਕਾ ਨਹੀਂ ਕੀਤਾ, ਇੱਥੇ ਕਹਿੰਦਾ ਮਾਰੇ ਮੁਲਾਜ਼ਮ ਪੱਕੇ ਕਰ। ਝੂਠ। ਆ ਸਾਰੇ ਜਿੰਨੇ ਆ ਰਹੇ ਨਾ, ਆ ਛੋਟੇ ਤੇ ਤੁਹਾਨੂੰ ਇੱਥੇ ਆ ਕੇ ਜਿਵੇਂ ਗੁਟਕਾ ਸਾਹਿਬ ਦੀ 100 ਖਾ ਕੇ ਦੁਨੀਆ ਬੋਲਦਾ ਕਾਂਗਰਸ ਲੈ ਗਈ, ਉਹਨਾਂ ਡਰਾਮੇ ਕਰ ਰਹੇ ਆ। ਕੇਜਰੀਵਾਲ ਫਾਰਮ ਭਰਾਉਂਦਾ ਫਿਰਦਾ, ਜਿਹੜਾ ਬੰਦਾ ਫਾਰਮ ਭਰਾਉਂਦਾ ਤਾਂ ਮਤਲਬ ਸਭ ਤੋਂ ਵੱਡਾ ਠੱਗ ਹੈ। ਜਿਹੜਾ ਫਾਰਮ ਭਰਾਉਂਦਾ ਠੱਗੀ ਮਾਰਨਾ ਹੈ। ਸ਼੍ਰੋਮਣੀ ਨਾ ਫਾਰਮ ਭਰਾਊਗੀ, ਨਾ 100 ਖਾਊਗੀ, ਇੱਥੇ ਜਵਾਬ ਦੇ ਪੁੱਠੇ ਤੇ ਤੁਹਾਡੇ ਕੋਲੇ ਰਹਿਣਾ। ਤੁਹਾਡੇ ਗੁਆਂਢ ਚ ਹਰ ਇਲੈਕਸ਼ਨ ਤੁਹਾਡੇ ਕੋਲੇ ਹੋ ਗਿਆ ਸਾਹਮਣੇ, ਕਿਤੇ ਨਹੀਂ ਕਹਿ ਸਕੋਗੇ ਤੁਸੀਂ ਸੁਖਬੀਰ ਸਿੰਘ ਬਾਦਲ ਤੁਸੀਂ ਆਹ ਕਿਹਾ ਸੀ। ਅੱਜ ਬਾਰ-ਬਾਰ ਕਿਉਂ ਬਾਦਲ ਪਰਿਵਾਰ ਜਿੱਥੋਂ ਇਲੈਕਸ਼ਨ ਲੜਦਾ ਬਾਰ-ਬਾਰ ਕਿਉਂ ਜਿੱਤਦਾ? ਕਿਉਂਕਿ ਲੋਕਾਂ ਨੂੰ ਵਿਸ਼ਵਾਸ ਹੈ ਕਿ ਉਹ ਜੋ ਕਹਿੰਦੇ ਕਰਦੇ ਤੇ ਕਰਕੇ ਦਿਖਾਉਂਦੇ ਆ। ਨਹੀਂ ਤਾਂ ਕਈ ਲੀਡਰ ਦਾ ਹਲਕਾ ਹੀ ਬਦਲ ਜਾਂਦੇ ਨਾ। ਅਸੀਂ ਜ਼ਿੰਦਗੀ 'ਚ ਬਦਲਿਆ। ਇਸ ਕਰਕੇ ਮੈਂ ਅੱਜ ਜਿਹੜਾ ਤੁਹਾਡੇ ਕੋਲੇ ਆਇਆ ਕਿ ਆਪਾਂ ਭਾਵੇਂ ਕਿਸੇ ਪਾਰਟੀ ਨਾਲ ਸੰਬੰਧ ਰੱਖੇ ਹੋਣ, ਮੈਨੂੰ ਪਤਾ ਨਵਾਂ ਹਲਕਾ ਬਣਿਆ ਸਾਰਾ ਕੁਝ, ਖਾਸ ਕਰਕੇ ਬਲੂਆਣਾ ਹਲਕਾ। ਜੇ ਬਲੂਆਣੇ ਹਲਕੇ ਨੇ ਬਚਣਾ ਹੈ, ਬਚਣਾ ਮੇਰਾ ਮਤਲਬ ਜੇ ਆਪਣੇ ਕੋਲ ਪਾਣੀ ਨਾ ਰਿਹਾ, ਨਹਿਰੀ ਪਾਣੀ ਨਾ ਆਇਆ, ਕੁਛ ਨਹੀਂ ਰਹਿਣਾ, ਫਸਲ ਨਾ ਹੋਈ, ਜੇ ਕਰਨਾ ਤੇ ਅੱਖਾਂ ਮੀਚ ਕੇ ਤੱਕੜੀ ਦੇ ਪੂਰਾ ਲਾ ਦਿਓ, ਉਹਦੇ ਬਾਅਦ ਮੇਰੇ ਤੇ ਛੱਡ ਦਿਓ। ਬਹੁਤ ਤੁਸੀਂ ਫਰਕ ਦੇਖੋਗੇ, ਜ਼ਿੰਦਗੀ ਮੌਤ ਦਾ ਫਰਕ ਦੇਖੋਗੇ, ਕਿੰਨੀ ਤਰੱਕੀ, ਕਿੰਨਾ ਫਰਕ ਦੇਖੋਗੇ ਤੁਹਾਡੇ ਆਪਣੇ ਇਲਾਕੇ 'ਚ। ਇੱਥੇ ਫੈਕਟਰੀਆਂ ਵੀ ਲੱਗਣਗੀਆਂ ਤੇ ਕਈ ਚੀਜ਼ਾਂ ਵੀ ਆਉਣਗੀਆਂ ਬੋਰਡ ਸਾਈਡ ਸਾਰੇ ਏਰੀਆ 'ਚ। ਇਹਨੂੰ ਡਿਵੈਲਪ ਕਰਾਂਗੇ, ਬਾਰਡਰ ਏਰੀਆ ਸਪੈਸ਼ਲ ਇੰਸੈਂਟਿਵ ਦੇ ਕੇ ਇੱਥੇ ਡਿਵੈਲਪ ਕੀਤਾ ਜਾਊਗਾ। ਕਿਉਂਕਿ ਸਾਡਾ ਮੇਰਾ ਤਾਂ ਆਪਣਾ ਲਗਾ, ਸਾਡਾ ਅਸੀਂ ਆਪ ਆਪਣਾ ਇਲਾਕਾ, ਇੱਥੋਂ ਦੇ ਰਹਿਣ ਵਾਲੇ ਆ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ। ਅਨੇਲ ਜੀ ਤੁਸੀਂ ਸੇਵਾ ਕਰਨੀ ਹੈ, ਸ਼ਰੀਫ ਬੰਦਾ ਹੈ, ਵਧੀਆ ਬੰਦਾ ਹੈ, ਤੇ ਤੁਸੀਂ ਜਦੋਂ ਮਰਜ਼ੀ ਕੁਛ ਚੀਜ਼ ਚਾਹੀਦੀ ਹੋਵੇ ਹੁਕਮ ਲਿਆਇਆ ਕਰੋ। ਪੈਸੇ ਦੀ ਕਮੀ ਨਹੀਂ। ਮੈਂ ਤੁਹਾਨੂੰ ਅੱਜ ਦੱਸਦਾ, ਖਜ਼ਾਨਾ ਭਰੇ ਪਏ ਸਰਕਾਰ ਦੇ। ਇਹ ਵੀ ਡਰਾਮੇ ਕਰੀ ਜਾਂਦੇ ਆ, ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਤੁਸੀਂ ਐਕਟੀ ਆ ਜਾਓ, ਟਰਾਲੀ ਭਰਾ ਕੇ ਦੇ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
ਬਣਾ ਲਈ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਰੈਲੀ ਨੂੰ ਸੰਬੋਧਨ ਕਰਕੇ ਜਾ ਰਹੇ ਨੇ ਪਿੰਡ ਧਰਮਪੁਰਾ ਦੇ ਵਿੱਚ। ਰੈਲੀ ਦਾ ਪੂਰਾ ਇਕੱਠ ਮੈਂ ਤੁਹਾਨੂੰ ਦਿਖਾ ਰਿਹਾ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਰੈਲੀ ਨੂੰ ਸੰਬੋਧਨ ਕਰਕੇ ਜਾ ਰਹੇ ਨੇ। ਇਹ ਲਾਈਵ ਤਸਵੀਰਾਂ ਪਿੰਡ ਧਰਮਪੁਰਾ ਦੀਆਂ ਨੇ। ਆ ਦੇਖੋ ਕਿੰਨਾ ਇਕੱਠ ਤੇ ਸਮੂਹ ਜੋ ਹੈ ਪਿੰਡ ਧਰਮਪੁਰਾ ਦੇ ਵਿੱਚ ਦੇਖਣ ਨੂੰ ਮਿਲਿਆ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਇੱਥੇ ਪਹੁੰਚੇ ਨੇ। ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਲੋਕਾਂ ਦੇ ਵਿੱਚ ਵਿਚਰੇ ਨੇ। ਪੂਰਾ ਭਾਰੀ ਇਕੱਠ ਪਿੰਡ ਧਰਮਪੁਰਾ ਦੇ ਵਿੱਚ।